कलम दा सफर देख रहे सारे ही दोस्तों ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਇਸ ਵਾਰ ਫੇਰ ਅਸੀਂ ਹਾਜ਼ਰ ਹਾਂ। ਮੇਰੇ ਨਾਲ ਨੇ ਡਾਕਟਰ ਸੁਖਪ੍ਰੀਤ ਜੀ ਤੇ ਡਾਕਟਰ ਹਰਿੰਦਰ ਜੀ। ਸੋ ਅੱਜ ਫੇਰ ਅਸੀਂ ਜਰਨੈਲ ਸਿੰਘ ਸੇਖਾ ਦੇ ਨਾਵਲ ਭਗੌੜਾ ਉਸ ਤੇ ਚਰਚਾ ਕਰਨ ਲਈ ਇਕੱਤਰ ਹੋਏ ਹਾਂ। ਸੋ ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਐਪੀਸੋਡ ਨੂੰ ਸਾਨੂੰ ਪਿਆਰ ਦਿੱਤਾ ਹੈ, ਉਸ ਤਰ੍ਹਾਂ ਉਮੀਦ ਹੈ ਕਿ ਸਾਨੂੰ ਤੁਸੀਂ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਤੇ ਇਹ ਤੁਹਾਡਾ ਪਿਆਰ ਹੀ ਸਾਡੀ ਖੁਰਾਕ ਹੈ। ਅਸੀਂ ਕੁਛ ਨਾ ਕੁਛ ਤੁਹਾਡੇ ਸਾਹਮਣੇ ਕਿਤਾਬਾਂ ਦੀ ਜਿਹੜਾ ਜ਼ਿਕਰਯੋਗ ਗੱਲਾਂ ਅਸੀਂ ਕਿਤਾਬਾਂ ਬਾਰੇ ਕਰਦੇ ਰਹਾਂਗੇ। ਸੋ ਅੱਜ ਹੈ ਜਰਨੈਲ ਸਿੰਘ ਸੇਖਾ ਦਾ ਲਿਖਿਆ ਹੋਇਆ ਨਾਵਲ ਭਗੌੜਾ। ਡਾਕਟਰ ਸੁਖਪ੍ਰੀਤ ਜੀ, ਮੈਂ ਤੁਹਾਡੇ ਤੋਂ ਗੱਲ ਸ਼ੁਰੂ ਕਰਨ ਚਾਹਾਂਗਾ ਕਿ ਭਗੌੜਾ ਜੋ ਸ਼ਬਦ ਹੈ ਉਹ ਕਿਸੇ ਸਥਿਤੀ ਜਾਂ ਪਰਿਸਥਿਤੀ ਤੋਂ ਭੱਜੇ ਹੋਏ ਬੰਦੇ ਦੀ ਗੱਲ ਕਰਦੀ ਤਾਂ ਇਸ ਤਰ੍ਹਾਂ ਦੇ ਅਰਥ ਜਿਹੜੇ ਹੈਗੇ ਆ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਸੋ ਜਰਨੈਲ ਸਿੰਘ ਸੇਖਾ ਨੇ ਇਸ ਨਾਵਲ ਦੇ ਵਿੱਚ ਕਿਸ ਤਰ੍ਹਾਂ ਦੇ ਅਰਥਾਂ ਦੇ ਵਿੱਚ ਇਹਨਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਬਾਰੇ ਦੱਸੋ। ਸਭ ਤੋਂ ਪਹਿਲਾਂ ਤਾਂ ਕਲਮ ਦਾ ਸਫ਼ਰ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ। ਅਮਰ ਜੀ, ਜਰਨੈਲ ਸਿੰਘ ਸੇਖਾ ਦਾ ਇਹ ਦੂਸਰਾ ਨਾਵਲ ਹੈ ਭਗੌੜਾ, ਜਿਹੜਾ ਕਿ 2003 ਦੇ ਵਿੱਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਾਪਿਆ ਗਿਆ। ਜਿਵੇਂ ਕਿ ਨਾਮ ਤੋਂ ਹੀ ਇਹ ਸਪਸ਼ਟ ਹੁੰਦਾ ਹੈ ਕਿ ਭਗੌੜਾ ਆਪਾਂ ਆਮ ਜੇ ਅਰਥਾਂ ਦੇ ਵਿੱਚ ਸਮਝੀਏ ਤਾਂ ਕਿਸੇ ਪਰਿਸਥਿਤੀ ਤੋਂ ਜਾਂ ਕਿਸੇ ਸਮੱਸਿਆ ਤੋਂ ਭੱਜਣ ਵਾਲੇ ਨੂੰ ਆਪਾਂ ਭਗੌੜਾ ਕਹਿੰਦੇ ਹਾਂ। ਲੇਕਿਨ ਜਰਨੈਲ ਸਿੰਘ ਸੇਖਾ ਨੇ ਇਹਨੂੰ ਪਰਟੀਕੂਲਰ ਇੱਕ ਖਾਸ ਧਿਰ, ਇੱਕ ਖਾਸ ਸਮੇਂ ਤੇ ਖਾਸ ਪਰਿਸਥਿਤੀ ਨਾਲ ਜੋੜ ਕੇ ਪੇਸ਼ ਕੀਤਾ ਹੈ। ਇਹਦੇ ਨੂੰ ਸਾਫ਼ ਸ਼ਬਦਾਂ ਦੇ ਵਿੱਚ ਮੈਂ ਜੇ ਕਹਾਂ ਤਾਂ ਪਾਤਰ ਸੁਖਵੀਰ, ਜਿਹੜਾ ਨਾਵਲ ਦਾ ਪ੍ਰਮੁੱਖ ਪ੍ਰਤੀਨਿਧ ਪਾਤਰ ਆ, ਉਹਦੇ ਥਰੂ ਜਰਨੈਲ ਸਿੰਘ ਸੇਖਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਸੰਕਟ ਦਾ ਜਿਹੜਾ ਟਾਈਮ ਆਉਂਦਾ ਹੈਗਾ ਉਸ ਦੇ ਵਿੱਚ ਇਹੋ ਜਿਹੀਆਂ ਪਰਿਸਥਿਤੀਆਂ ਬਣਦੀਆਂ ਨੇ ਕਿ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੂੰ ਆਪਣੇ ਹਾਲਾਤਾਂ ਤੋਂ ਮਜਬੂਰ ਹੋ ਕੇ ਵਿਦੇਸ਼ਾਂ ਵਿੱਚ ਭੱਜਣਾ ਪੈਂਦਾ, ਭਗੌੜਾ ਹੁੰਦਾ। ਤਾਂ ਸੁਖਵੀਰ ਦੇ ਰਾਹੀਂ ਉਹ ਪੂਰੇ ਨਾਵਲ ਦੇ ਵਿੱਚ ਇਸ ਤਰੀਕੇ ਦਾ ਬਰਤਾਨ ਸਿਰਜਦੇ ਨੇ ਕਿ ਸੁਖਵੀਰ ਕੱਲਾ ਪੰਜਾਬ ਦੇ ਹਾਲਾਤਾਂ ਤੋਂ ਹੀ ਨਹੀਂ, ਆਪਣੀ ਹੋਂਦ ਅਤੇ ਹੋਣੀ, ਆਪਣੇ ਮਾਪਿਆਂ ਤੋਂ, ਆਪਣੇ ਸਮਾਜ ਤੋਂ, ਆਪਣੀ ਪਹਿਚਾਣ ਤੋਂ ਵੀ ਹਰ ਵੇਲੇ ਭਗੌੜਾ ਰਹਿੰਦਾ ਗਾ। ਇਸ ਤਰ੍ਹਾਂ ਦਾ ਮਤਲਬ ਪੂਰੇ ਦਾ ਪੂਰਾ ਬਰਤਾਂਤ ਇਸ ਸ਼ਬਦ, ਇਸ ਸਿਰਲੇਖ ਦੇ ਆਲੇ ਦੁਆਲੇ ਜਿਹੜਾ ਹੈ ਘੁੰਮਦਾ ਗਾ। ਦੇਖੋ, ਜਿਸ ਤਰ੍ਹਾਂ ਸਾਡੀ ਜ਼ਿੰਦਗੀ ਹੈ, ਬਹੁਤ ਸਾਰੀਆਂ ਇਹੋ ਜਿਹੀਆਂ ਔਕੜਾਂ ਆਉਂਦੀਆਂ ਨੇ, ਬਹੁਤ ਸਾਰੀਆਂ ਇਹੋ ਜਿਹੇ ਹਾਲਾਤ ਆਉਂਦੇ ਨੇ ਜਿੱਥੇ ਲੱਗਦਾ ਹੁੰਦਾ ਕਿ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਪਰ ਅਸੀਂ ਹਰ ਥਾਂ ਤੇ ਤਾਂ ਨਹੀਂ ਭੱਜਦੇ। ਜਰਨੈਲ ਸਿੰਘ ਸੇਖਾ ਨੇ ਕਿਸ ਸਮੇਂ ਅੰਤਰਾਲ ਦੀ ਗੱਲ ਕੀਤੀ ਹੈ, ਵਿਸ਼ੇਸ਼ ਸਮੇਂ ਦੀ ਗੱਲ ਕੀਤੀ ਹੈ ਜਦੋਂ ਕਿ ਇਹ ਪਾਤਰ ਜਿਹੜਾ ਹੈਗਾ ਉਹ ਭਗੌੜਾ ਬਣਦਾ ਜੀ। ਬਹੁਤ ਹੀ ਸੋਹਣਾ ਤੇ ਬਹੁਤ ਹੀ ਖਾਸ ਸਵਾਲ ਹੈ ਇਹ ਤੁਹਾਡਾ। ਇਸ ਨਾਵਲ ਦਾ ਜਿਹੜਾ ਸਮਾਂ ਹੈ ਜਾਂ ਆਧਾਰ ਭੂਮੀ ਆ ਉਹ ਹੈ 1980 ਤੋਂ 1990 ਦਾ ਟਾਈਮ। ਉਹ ਸਮਾਂ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਸੰਕਟ ਦੇ ਵੱਲੋਂ ਕਾਲੇ ਦੌਰ ਵੱਲੋਂ ਅਸੀਂ ਯਾਦ ਕਰਦੇ ਹਾਂ ਉਹਨੂੰ ਅੱਜ ਵੀ। ਇਹ ਉਹ ਸਮਾਂ ਸੀ ਜਦੋਂ ਇੱਕ ਪਾਸੇ ਖਾਲਿਸਤਾਨੀ ਲਹਿਰ ਦੇ ਦਹਿਸ਼ਤ ਤੋਂ ਲੋਕ ਡਰਦੇ ਸੀ, ਦੂਜੇ ਪਾਸੇ ਪੁਲਿਸ ਦੇ ਤਸ਼ੱਦਦ ਤੋਂ ਲੋਕ ਡਰਦੇ ਸੀਗੇ ਤੇ ਪੁਲਿਸ ਨੇ ਉਸ ਟਾਈਮ ਤੇ ਬਹੁਤ ਸਾਰੀਆਂ ਆਪਣੀਆਂ ਨਿੱਜੀ ਜਾਤੀ ਦੁਸ਼ਮਣੀਆਂ ਦੇ ਮਤਲਬ ਕੱਢਣ ਦੇ ਲਈ ਬਹੁਤ ਸਾਰੇ ਲੋਕਾਂ ਤੇ ਅਤਿਆਚਾਰ ਕੀਤਾ ਸੀ। ਉਸ ਟਾਈਮ ਤੇ ਜਿਹੜਾ ਸੁਖਵੀਰ ਹੁੰਦਾ ਗਾ, ਬੇਸਿਕਲੀ ਮੈਂ ਇਹ ਦੱਸਣਾ ਇੱਥੇ ਜ਼ਰੂਰ ਚਾਹਾਂਗੀ ਕਿ ਜਰਨੈਲ ਸਿੰਘ ਸੇਖਾ ਜਦੋਂ ਕੈਨੇਡਾ 'ਚ ਪ੍ਰਵਾਸ ਕਰਦੇ ਨੇ, ਉੱਥੇ ਉਹ ਬੇਰੀਆਂ ਦਾ ਕੰਮ ਕਰਨ ਤੋਂ ਬਾਅਦ ਇੱਕ ਮਤਲਬ ਫਰਨੀਚਰ ਦੀ ਫੈਕਟਰੀ 'ਚ ਕੰਮ ਕਰਦੇ ਨੇ। ਉੱਥੇ ਉਸ ਦੀ ਮੁਲਾਕਾਤ ਇੱਕ ਪੰਜਾਬੀ ਨੌਜਵਾਨ ਮੁੰਡੇ ਨਾਲ ਹੁੰਦੀ ਆ, ਜਿਹੜਾ ਉਹਨਾਂ ਨੂੰ ਉੱਥੋਂ ਦੇ ਪ੍ਰਵਾਸ ਕਰਨ ਦੇ ਕਾਰਨ ਬਾਰੇ ਦੱਸਦਾ ਤੇ ਉਸ ਕਹਾਣੀ ਨੂੰ ਸੁਣ ਕੇ ਫਿਰ ਸੇਖਾ ਸੁਚੇਤ ਤੌਰ ਤੇ ਉਹਦੇ ਬਾਰੇ ਸੋਚਦੇ ਨੇ ਤੇ ਫਿਰ ਇਹ ਨਾਵਲ ਆ ਜਿਹੜਾ ਹੋਂਦ ਵਿੱਚ ਆਉਂਦਾ ਹੈ। ਤਾਂ ਸੁਖਵੀਰ ਜਿਹੜਾ ਪਾਤਰ ਆ, ਪੰਜਾਬ ਸੰਕਟ ਦੇ ਦੌਰਾਨ ਜਾਤੀਵਾਦ, ਅੰਤਰ ਜਾਤੀ ਵਿਆਹ ਦਾ ਸ਼ਿਕਾਰ ਹੁੰਦਾ ਹੈ ਤੇ ਉੱਥੋਂ ਸਤਾਇਆ ਹੋਇਆ ਫਿਰ ਉਹ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਕਰਦਾ ਹੈ। ਤੇ ਪੂਰੇ ਦਾ ਪੂਰਾ ਜਿਹੜਾ ਨਾਵਲ ਆ ਉਹ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਕਿ ਜਿਹੜੇ ਪੰਜਾਬੀ ਮੁੰਡੇ ਭਾਵੇਂ ਪੰਜਾਬ ਸੰਕਟ ਦੌਰਾਨ ਜਾਂ ਭਾਵੇਂ ਕਿਸੇ ਹੋਰ ਸਥਿਤੀ ਕਾਰਨ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਕਰਦੇ ਨੇ, ਉਹ ਕਿਹੜੀਆਂ ਪਰਿਸਥਿਤੀਆਂ ਚੋਂ ਹੋ ਕੇ ਗੁਜ਼ਰਦੇ ਨੇ। ਉਹ ਇਸ ਸਾਰੇ ਦਾ ਸਾਰਾ ਬਰਤਾਂਤ ਆ ਜਿਹੜਾ ਇਸ ਗੱਲ ਵੱਲ ਬਹੁਤ ਹੀ ਸੋਹਣੇ ਢੰਗ ਨਾਲ ਇਸ਼ਾਰਾ ਵੀ ਕਰਦਾ ਤੇ ਇੱਕ ਬਹੁਤ ਅੱਛਾ ਮੈਸੇਜ ਵੀ ਦਿੰਦਾ।
ਦੇਖੋ ਮੈਨੂੰ ਇਹ ਵੀ ਲੱਗਦਾ ਕਿ ਦੇਖੋ ਭਗੌੜਾ ਬੇਸ਼ੱਕ ਆਪਾਂ ਦੇਖੀਏ ਕਿ ਉਹਨਾਂ ਖਾਸ ਪਰਿਸਥਿਤੀਆਂ ਤੋਂ ਹੋਇਆ ਨਾ, ਇੱਕ ਹਿੰਦੂ ਪੁਲਿਸ ਅਫਸਰ ਦੀ ਕੁੜੀ ਨੂੰ ਪਿਆਰ ਕਰਦਾ ਤੇ ਉਹਦਾ ਵਿਆਹ ਨਹੀਂ ਹੋ ਸਕਦਾ ਤੇ ਉਹ ਡਰਦਾ ਚਲਾ ਜਾਂਦਾ ਹੈ ਨਾ, ਪਰੰਤੂ ਉੱਥੋਂ ਜਾਣ ਤੋਂ ਲੈ ਕੇ ਕੈਨੇਡਾ ਪਹੁੰਚਣ ਪੱਕੇ ਹੋਣ ਤੱਕ ਵੀ ਉਹ ਕਿੰਨੇ ਜਗ੍ਹਾ ਤੇ ਕਿਤੇ ਚਲਾ ਜਾਂਦਾ, ਕਿਤੇ ਹੋਰ ਚਲਾ ਜਾਂਦਾ, ਤਾਂ ਉਹ ਵੀ ਇੱਕ ਤਰ੍ਹਾਂ ਦੀ ਭਗੌੜੇ ਵਰਗੀ ਹੀ ਉਹਦੀ ਜ਼ਿੰਦਗੀ ਆ, ਜਿਹਦੇ ਵਿੱਚ ਉਹ ਟਿਕਾਓ ਨਹੀਂ ਆ, ਠਹਿਰਾਓ ਨਹੀਂ ਆ ਉਹਦੇ ਕੋਲ। ਠਹਿਰਾਓ ਜਿੰਨਾ ਚਿਰ ਉਹ ਹਨਾ ਪ੍ਰਵਾਸ ਗਿਆ ਵਿਅਕਤੀ ਪੱਕਾ ਨਹੀਂ ਹੁੰਦਾ, ਆਪਣੇ ਪੱਕੇ ਪੈਰਾਂ ਦੀ ਸਥਾਪਤ ਨਹੀਂ ਹੁੰਦਾਗਾ, ਉਹਨਾਂ ਚ ਠਹਿਰਾਵ ਨਹੀਂ ਆਉਂਦਾ। ਕਈ ਵਾਰ ਅਸੀਂ ਦੇਖਦੇ ਹਾਂ ਕਿ ਪੱਕੇ ਹੋਣ ਦੇ ਬਾਵਜੂਦ ਵੀ ਠਹਿਰਾਓ ਨਹੀਂ ਹੁੰਦਾ, ਮਾਨਸਿਕ ਠਹਿਰਾਓ ਉਹਦੇ ਮਨ ਦੇ ਵਿੱਚ ਕਿਸੇ ਨਾ ਕਿਤੇ ਫਿਰ ਵੀ ਕੁਛ ਨਾ ਕੁਛ ਦੁਬਿਧਾ ਆਪਣੇ ਪਰਿਵਾਰ ਨੂੰ ਬੁਲਾਉਣ ਦੀ ਜਾਂ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਦੁਬਿਧਾ ਬਣੀ ਰਹਿੰਦੀ ਆ। ਤਾਂ ਉਹ ਭਗੌੜਾ ਇੱਕ ਵਿਸ਼ਾਲ ਅਰਥਾਂ ਦੇ ਵਿੱਚ ਸਾਡੇ ਸਾਹਮਣੇ ਸਪਸ਼ਟ ਹੋਇਆ। ਜਿਸ ਤਰ੍ਹਾਂ ਆਪਾਂ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਆ ਵੀ ਪੰਜਾਬੀ ਜਿਹੜੇ ਹੈਗੇ ਆ ਇੱਕ ਦੂਜੇ ਦੇ ਹੈਲਪਿੰਗ ਹੈਂਡ ਹੈ, ਬਹੁਤ ਜ਼ਿਆਦਾ ਇੱਕ ਦੂਜੇ ਦੀ ਹੈਲਪ ਕਰਦੇ ਨੇ। ਭਗੌੜਾ ਹੋ ਕੇ ਵਿਦੇਸ਼ ਚਲਿਆ ਗਿਆ, ਵਿਦੇਸ਼ ਦੇ ਵਿੱਚ ਪੰਜਾਬੀ ਬੈਠੇ ਆ, ਸੋ ਵਿਦੇਸ਼ ਦੇ ਵਿੱਚ ਪਹਿਲਾਂ ਜੋ ਪੰਜਾਬੀ ਪੱਕੇ ਨੇ ਔਰ ਜੋ ਗੈਰ ਕਾਨੂੰਨੀ ਤੌਰ ਤੇ ਉੱਥੇ ਗਿਆ ਹੋਇਆ, ਜਿਹਨੂੰ ਮਦਦ ਦੀ ਲੋੜ ਹੈ, ਜਿਹਨੂੰ ਬਾਂਹ ਕੋਈ ਫੜੇ ਉਹਨੂੰ, ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਹੈਗੇ, ਉੱਥੇ ਜਰਨੈਲ ਸਿੰਘ ਸੇਖਾ ਨੇ ਭਗੌੜਾ ਦੇ ਵਿੱਚ ਇਹੋ ਜਿਹਾ ਕੀ ਪੇਸ਼ ਕੀਤਾ, ਉਹਨਾਂ ਦੇ ਅਸਲੀ ਕੀ ਕਿਰਦਾਰ ਪੇਸ਼ ਕੀਤੇ ਆ ਵੀ ਪੰਜਾਬੀ ਉਸੇ ਤਰ੍ਹਾਂ ਦੀ ਹੈਲਪਿੰਗ ਹੈਂਡ ਉਹਨੂੰ ਉਸੇ ਤਰ੍ਹਾਂ ਹੀ ਟ੍ਰੀਟ ਕਰਦੇ ਆ ਜਾਂ ਕੋਈ ਹੋਰ ਸਥਿਤੀਆਂ ਹੈਗੀਆਂ ਉਹਨਾਂ ਦੀਆਂ? ਜੀ ਅਮਰ ਜੀ, ਇਸ ਸਵਾਲ ਦਾ ਜਿਹੜਾ ਸਿੱਧਾ ਜਵਾਬ ਦੇਣ ਤੋਂ ਪਹਿਲਾਂ ਮੈਂ ਇਹ ਥੋੜਾ ਜਿਹਾ ਸੰਖੇਪ ਦੇ ਵਿੱਚ ਇਹ ਦੱਸਣਾ ਚਾਹੂੰਗੀ ਕਿ ਜਿਹੜਾ ਸੁਖਵੀਰ ਆ ਉਹ ਜਦੋਂ ਗੈਰ ਕਾਨੂੰਨੀ ਪ੍ਰਵਾਸ ਕਰਦਾਗਾ, ਉਹ ਟਰੈਵਲ ਏਜੰਟ ਹੁੰਦੇ ਆ ਜਿਹੜੇ ਧੋਖੇਬਾਜ਼। ਇੱਕ ਇਹ ਧਿਰ ਨੂੰ ਵੀ ਪੇਸ਼ ਕੀਤਾ ਗਿਆ ਇਹਦੇ ਵਿੱਚ ਵੱਡੇ ਤੌਰ ਤੇ ਕਿ ਟਰੈਵਲ ਏਜੰਟ ਤੁਹਾਨੂੰ ਕਿਸ ਤਰ੍ਹਾਂ ਗੈਰ ਕਾਨੂੰਨੀ ਪ੍ਰਵਾਸ ਕਰਨ ਲਈ ਮਜਬੂਰ ਵੀ ਕਰਦੇ ਨੇ, ਤੇ ਪੈਸੇ ਤਾਂ ਤੁਹਾਡੇ ਤੋਂ ਉਨੇ ਤਰ੍ਹਾਂ ਦੇ ਲੈਂਦੇ ਨੇ। ਤਾਂ ਸੁਖਵੀਰ ਸਭ ਤੋਂ ਪਹਿਲਾਂ ਚੈਕੋਸਲੋਵਾਕੀਆ ਪਹੁੰਚਦਾ, ਚੈਕੋਸਲੋਵਾਕੀਆ ਤੋਂ ਜਰਮਨ ਤੋਂ ਇੰਗਲੈਂਡ ਤੋਂ ਕੈਨੇਡਾ ਪਹੁੰਚਦਾ। 8 ਸਾਲ ਦਾ ਇੱਕ ਲੰਬਾ ਜਿਹੜਾ ਸਮਾਂ ਉਹਦੇ ਵਿੱਚੋਂ ਗੁਜ਼ਰਦਾ ਹੋਇਆ ਉਹ ਕੈਨੇਡਾ ਪਹੁੰਚਦਾ ਹੈ। ਠੀਕ ਹੈ, ਕੈਨੇਡਾ ਪਹੁੰਚ ਕੇ ਜਦੋਂ ਆਪਣੇ ਉੱਥੇ ਭਾਈਚਾਰਕ ਲੋਕਾਂ ਨਾਲ ਜਾਂ ਪ੍ਰਵਾਸੀ ਪੰਜਾਬੀ ਜਿਨ੍ਹਾਂ ਵੱਲ ਦੀ ਗੱਲ ਤੁਸੀਂ ਕੀਤੀ ਹੈ ਉਹਨਾਂ ਨਾਲ ਮਿਲਦਾ ਤਾਂ ਇੱਕ ਵੱਖਰੀ ਕਿਸਮ ਦੀ ਉਹਨਾਂ ਅੰਦਰ ਇੱਕ ਬਿੱਥ ਹੁੰਦੀ ਹੈ। ਉਹ ਕਿਸੇ ਸਟੋਰ ਦੇ ਵਿੱਚ ਠਹਿਰਦੇ ਆ ਜਿੱਥੇ ਹੋਰ ਬਹੁਤ ਸਾਰੇ ਮੁੰਡੇ ਠਹਿਰੇ ਹੁੰਦੇ ਆ, ਕਈ ਗੈਰ ਕਾਨੂੰਨੀ ਪ੍ਰਵਾਸ ਕਰਕੇ ਗਏ ਹੁੰਦੇ ਆ ਔਰ ਕਈ ਉੱਥੇ ਸਿੱਧੇ ਤੌਰ ਤੇ ਗਏ ਹੁੰਦੇ, ਭਾਵੇਂ ਕਿ ਉੱਥੇ ਪੱਕੇ ਨਹੀਂ ਹੁੰਦੇ। ਉੱਥੇ ਉਹਨਾਂ ਦਾ ਇੱਕ ਕਿਸਮ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਹੁੰਦਾ ਹੈਗਾ ਕਿ ਉਹਨਾਂ ਤੋਂ ਕੰਮ ਤਾਂ 12 ਘੰਟੇ ਜਾਂ 14 ਘੰਟੇ ਕਰਾਇਆ ਜਾਂਦਾ, ਲੇਕਿਨ ਜਿਹੜਾ ਉਹਨਾਂ ਨੂੰ ਪੈਸੇ ਦੇਣਾ ਹੁੰਦਾ ਕੰਮ ਦਾ, ਉਹਨਾਂ ਦੀ ਕੀਮਤ ਦੇਣੀ ਹੁੰਦੀ ਆ, ਉਹ ਅੱਧੋ ਅੱਧ ਦਿੱਤੀ ਜਾਂਦੀ ਆ। ਇਸ ਤਰੀਕੇ ਦਾ ਜਿਹੜਾ ਸ਼ੋਸ਼ਣ ਹੁੰਦਾ। ਦੂਸਰਾ ਇਹ ਆ ਕਿ ਜਿਹੜੇ ਪਹਿਲਾਂ ਉਹਨਾਂ ਦੇ ਰਿਸ਼ਤੇਦਾਰ ਜਾਂ ਕੋਈ ਯਾਰ ਦੋਸਤ ਸੰਬੰਧੀ ਉੱਥੇ ਗਏ ਹੁੰਦੇ ਆ, ਉਹ ਉਹਦੇ ਨਾਲੋਂ ਇੱਕ ਕਿਸਮ ਦੀ ਬਿੱਥ ਰੱਖਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਉੱਤੇ ਇਸ ਤਰੀਕੇ ਦੀ ਕੋਈ ਨਵੀਂ ਮੁਸੀਬਤ ਆ ਗਈ ਜਿਹਨੂੰ ਉਹ ਪੱਲੇ ਪਾ ਕੇ ਆਪਣੀਆਂ ਜਿਹੜੀਆਂ ਸਮੱਸਿਆਵਾਂ ਵਧਾ ਲੈਣਗੇ। ਤਾਂ ਸੁਖਵੀਰ ਦੇ ਨਾਲ ਥਾਂ ਤੇ ਇਸ ਤਰੀਕੇ ਦਾ ਜਿਹੜਾ ਦ੍ਰਿਸ਼ ਉਹ ਸਾਹਮਣੇ ਆਉਂਦਾ ਕਿ ਉਹਦੀ ਕੋਈ ਵੀ ਸਿੱਧੇ ਤੌਰ ਤੇ ਇਸ ਤਰੀਕੇ ਦੀ ਮਦਦ ਆ ਜਿਹੜਾ ਨਹੀਂ ਹੁੰਦੀ। ਡਾਕਟਰ ਹਰਿੰਦਰ ਜੀ, ਜੋ ਭਗੌੜਾ ਨਾਵਲ ਹੈ, ਇਸ ਨਾਵਲ ਵਿੱਚ ਇੱਕ ਵਿਅਕਤੀ ਨੂੰ ਭਗੌੜਾ ਹੋਣ ਦਾ ਜੋ ਠੱਪਾ ਲਗਾਉਣਾ ਪੈਂਦਾ, ਉਹ ਕਿਸ ਕਾਰਕ ਦਾ ਵਿਸ਼ੇਸ਼ ਮਤਲਬ ਉਹਦੇ ਵਿੱਚ ਹੱਥ ਹੈ ਜਿਹੜਾ ਉਸ ਨੂੰ ਭਗੌੜਾ ਬਣਾ ਦਿੰਦਾ? ਦੇਖੋ ਜੀ, ਜਦੋਂ ਮੈਂ ਇਸ ਨਾਵਲ ਦਾ ਪਹਿਲਾ ਸਿਰਲੇਖ ਪੜ੍ਹਿਆ ਤਾਂ ਮੇਰੇ ਮਨ ਦੇ ਵਿੱਚ ਵੀ ਇਹ ਸਵਾਲ ਪੈਦਾ ਹੋਇਆ, ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਪੁਲਿਸ ਨਾ, ਸਾਡੇ ਇੱਧਰ ਪੰਜਾਬ ਦੀ ਜਿਹੜੀ ਪੁਲਿਸ ਹੈ ਨਾ, ਉਹ ਕਿਸੇ ਵਿਅਕਤੀ ਲਈ ਇਦਾਂ ਘੋਸ਼ਿਤ ਕੀਤਾ ਜਾਂਦਾ ਕਿ ਭਗੌੜਾ ਜੀ ਪੁਲਿਸ ਦੀ ਨਜ਼ਰ ਦੇ ਵਿੱਚ। ਕਿਉਂਕਿ ਕਿਸੇ ਵਿਅਕਤੀ ਨੇ ਕੋਈ ਜੁਰਮ ਕੀਤਾ, ਉਸ ਜੁਰਮ ਤੋਂ ਬਚਣ ਦੇ ਲਈ ਉਹ ਭਗੌੜਾ ਹੋ ਜਾਂਦਾ, ਭੱਜ ਜਾਂਦਾ ਪੁਲਿਸ ਦੇ ਹੱਥ ਨਾ ਆਉਣ ਦੇ ਲਈ ਨਾ, ਉਹ ਇਸ ਨਜ਼ਰ ਦੇ ਵਿੱਚ। ਪਰੰਤੂ ਜਦੋਂ ਇਹ ਨਾਵਲ ਮੈਂ ਪੜ੍ਹਿਆ ਤਾਂ ਜਿਹੜਾ ਇਹਦਾ ਪਾਤਰ ਸੁਖਬੀਰ ਆ, ਉਹ ਭਗੌੜਾ ਕਿਸੇ ਜੁਰਮ ਕਰਕੇ ਨਹੀਂ ਹੁੰਦਾ, ਉਹਦੇ ਅੰਦਰ ਇਸ ਇੱਕ ਤਰ੍ਹਾਂ ਦਾ ਜੁਰਮ ਕਰਨ ਦੀ ਭਾਵਨਾ ਪੈਦਾ ਹੋ ਜਾਂਦੀ। ਉਹਨੂੰ ਲੱਗਦਾ ਕਿ ਮੈਂ ਇਹ ਜੁਰਮ ਕੀਤਾ। ਜੁਰਮ ਕੀ ਆ? ਅੰਤਰਜਾਤੀ ਵਿਆਹ, ਪਿਆਰ। ਉਹਨੂੰ ਕਿਉਂਕਿ ਉਹਦੇ ਲਈ ਨਹੀਂ ਜੁਰਮ, ਇਹ ਉਸ ਸਮਾਜ ਲਈ, ਜਿਹੜਾ ਉਸ ਨਿਯਮਾਂ ਦੇ ਵਿੱਚ ਹੀ ਬੱਝਿਆ ਹੋਇਆ ਕਿ ਇੱਕ ਵਿਅਕਤੀ ਅੰਤਰਜਾਤੀ ਵਿਆਹ ਨਹੀਂ ਕਰ ਸਕਦਾ ਹੈ ਨਾ, ਉਸ ਸਮਾਜ ਦੀ ਨਜ਼ਰ ਦੇ ਵਿੱਚ ਉਹ ਦੋਸ਼ੀ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਜਾਂਦਾ। ਦੂਜਾ ਕਾਰਨ ਇਹ ਵੀ ਸੀਗਾ ਕਿਉਂਕਿ ਉਹਦਾ ਕੁੜੀ ਜਿਹਨੂੰ ਉਹ ਪਿਆਰ ਕਰਦਾ, ਸੁਰੇਖਾ ਉਹਦਾ ਨਾਮ, ਤੇ ਉਹਦਾ ਜਿਹੜਾ ਪਿਓ ਹੁੰਦਾ ਉਹ ਪੁਲਿਸ ਦੇ ਵਿੱਚ ਅਫਸਰ ਹੁੰਦਾ, ਜਿਹੜੇ ਉਹ ਜਿਵੇਂ ਡਾਕਟਰ ਸੁਖਪ੍ਰੀਤ ਜੀ ਨੇ ਕਿਹਾ ਉਸ ਕਾਲੇ ਦੌਰ ਦੀ ਗੱਲ ਹੈ ਨਾ, ਤੇ ਉਹ ਕਾਲੇ ਦੌਰ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰੇ ਪੁਲਿਸ ਨੇ ਇਦਾਂ ਦੇ
ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮੁੰਡੇ ਜਿਹੜਾ ਹੈਗਾ ਮਾਰ ਦਿੱਤੇ ਸੀ। ਤੇ ਉਸ ਦੌਰ ਦੇ ਵਿੱਚ ਚਲੋ ਇਹ ਤਾਂ ਮਸਲਾ ਸੀਗਾ ਸੁਖਬੀਰ ਦਾ ਕਿ ਉਹਨੇ ਪਿਆਰ ਵਿਆਹ ਇੱਕ ਉਹਦਾ ਕਾਰਨ ਬਣ ਗਿਆ। ਹੋਰ ਵੀ ਬਹੁਤ ਸਾਰੇ ਨੌਜਵਾਨ ਸੀ ਪੰਜਾਬੀ ਜਿਨ੍ਹਾਂ ਨੇ ਉਸ ਦੌਰ ਦੇ ਨਾਂ ਤੇ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਕਰਕੇ ਸ਼ਰਨ ਲਈ ਕਿ ਸਾਨੂੰ ਆਪਣੇ ਮੁਲਕ ਦੇ ਹਾਲਾਤਾਂ 'ਚ ਉਸ ਤਰ੍ਹਾਂ ਦਾ ਜੀਵਨ ਪੱਧਰ ਸਿਖਾਵਾ ਨਹੀਂ ਮਿਲ ਰਿਹਾ। ਤੋ ਇਹੀ ਕਾਰਕ ਆ, ਜਿਹੜਾ ਇਹੀ ਕਾਰਨ ਆ ਭਗੌੜਾ ਹੋਣ ਦਾ, ਅੰਤਰਜਾਤੀ ਵਿਆਹ ਵਾਲਾ ਮਸਲਾ। ਉਹਨੂੰ ਜਿਹੜਾ ਹੈਗਾ ਇਸ ਗੱਲ ਤੋਂ ਸਮੱਸਿਆ ਆਉਂਦੀ ਹੈ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਦੇ ਲਈ ਉੱਥੋਂ ਪ੍ਰਵਾਸ ਕਰ ਲੈਂਦਾ ਹੈ। ਹਰਿੰਦਰ, ਮੈਂ ਇੱਥੇ ਇੱਕ ਗੱਲ ਹੋਰ ਥੋੜੀ ਜਿਹੀ ਜੋੜਨਾ ਚਾਹੂੰਗੀ, ਉਹ ਇਹ ਕਿ ਸੁਖਵੀਰ ਦੇ ਭਗੌੜੇ ਹੋਣ ਦਾ ਜਿਹੜਾ ਸਿੱਧਾ ਕਾਰਨ ਆ ਜਾਂ ਗੈਰ ਕਾਨੂੰਨੀ ਪ੍ਰਵਾਸ ਕਰਨ ਦਾ ਜਿਹੜਾ ਕਾਰਨ ਬਣਦਾ ਉਹ ਸੀ ਪੰਜਾਬ ਸੰਕਟ ਦੌਰਾਨ ਸਿੱਖ ਜਾਤੀ ਜਾਂ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਨਾ। ਔਰ ਦੂਸਰੇ ਪਾਸੇ ਜਿਹੜਾ ਉਸ ਟਾਈਮ ਤੇ ਭਗੌੜੇ ਹੋਣ ਦਾ ਕਾਰਨ ਸੀ ਉਹ ਸੀ ਖਾਲਿਸਤਾਨੀ ਲਹਿਰ ਦਾ ਵਧੇਰੇ। ਇੱਕ ਪਾਸੇ ਖਾਲਿਸਤਾਨੀ ਲਹਿਰ ਤੋਂ ਡਰਦੇ ਹੋਏ ਲੋਕ ਪ੍ਰਵਾਸ ਕਰ ਰਹੇ ਸੀ, ਭਗੌੜੇ ਹੋ ਰਹੇ ਸੀ ਆਪਣੇ ਸਮਾਜ ਚੋਂ, ਦੂਜੇ ਪਾਸੇ ਪੁਲਿਸ ਦਾ ਡਰ। ਬਿਲਕੁਲ। ਔਰ ਤੀਸਰਾ ਜਿਹੜਾ ਮਹੱਤਵਪੂਰਨ ਮੈਨੂੰ ਲੱਗਦਾ ਇੱਥੇ ਹੈਗਾ, ਜਿਵੇਂ ਜਿਸ ਗੱਲ ਵੱਲ ਤੁਸੀਂ ਵਧੇਰੇ ਜੋਰ ਦਿੱਤਾ, ਅੰਤਰਜਾਤੀ ਪ੍ਰੇਮ ਵਿਆਹ। ਠੀਕ ਹੈ, ਕਿਉਂਕਿ ਜਦੋਂ ਇਹ ਸਾਰੇ ਹਾਲਾਤ ਉਹਨੂੰ ਭਗੌੜਾ ਬਣਾਉਂਦੇ ਨੇ ਤਾਂ ਉਹ ਵਿਦੇਸ਼ ਜਾਂਦਾ ਹੈ। ਵਿਦੇਸ਼ ਵਿੱਚ ਉਹਦੇ ਭਗੌੜਾ ਹੋਣ ਦਾ ਕਾਰਨ ਜਿਹੜਾ ਅੱਗੇ ਠੱਪਾ ਲੱਗਦਾ ਉਹਦੇ ਤੇ ਉਹ ਹੁੰਦਾ ਹੈ ਸਾਡੇ ਇੱਥੇ ਧੋੜਾ ਧੜੀ ਵਾਲੇ ਟਰੈਵਲ ਏਜੰਟਾਂ ਦੀਆਂ ਠੱਗੀਆਂ, ਜਿਹਦੇ ਕਰਕੇ ਉਹ ਸਿੱਧਾ ਇੱਕ ਥਾਂ ਤੇ ਨਹੀਂ ਪਹੁੰਚਦਾ। ਉਹਨੂੰ ਚੈਕੋਸਲੋਵਾਕੀਆ ਤੋਂ ਭਗੌੜਾ ਹੁੰਦਾ ਉਹ ਜਰਮਨ ਪਹੁੰਚਦਾ, ਜਰਮਨ ਤੋਂ ਭਗੌੜਾ ਹੁੰਦਾ ਉਹ ਇੰਗਲੈਂਡ ਤੇ ਕੈਨੇਡਾ। ਇਹ ਜਿਹੜੀਆਂ ਉਹਦੀਆਂ ਸਥਿਤੀਆਂ ਬਣਦੀਆਂ ਨੇ ਕਿਤੇ ਨਾ ਕਿਤੇ ਆਰਥਿਕਤਾ ਨਾਲ ਵੀ ਜੁੜੀਆਂ ਹੋਈਆਂ ਨੇ। ਸਮਾਜ ਦੇ ਇਹਨਾਂ ਪਰਿਸਥਿਤੀਆਂ ਦੇ ਨਾਲ ਉਹ ਆਰਥਿਕ ਵੀ ਪਹਿਲੂ ਸਾਹਮਣੇ ਆਉਂਦਾ ਹੈ ਜਿਹੜਾ ਉਹਨੂੰ ਥਾਂ ਥਾਂ ਤੇ ਉਹਦੀ ਹੋਂਦ ਲਈ ਭਗੌੜਾ ਹੋਣ ਦਾ ਕਰਾਰ ਦਿੰਦੀ ਹੈ। ਬਿਲਕੁਲ, ਸਥਾਪਿਤ ਹੋਣ ਲਈ ਉਹਨੂੰ ਭਗੌੜਾ ਹੋਣਾ ਪੈਂਦਾ। ਇੱਕ ਥਾਂ ਤੇ ਸਥਾਪਿਤ ਹੋਣ ਦੇ ਲਈ ਉਹ ਭਗੌੜਾ ਹੋ ਜਾਂਦਾ ਜੀ। ਇਸ ਦੇ ਨਾਲ ਹੀ ਇੱਕ ਪ੍ਰਸ਼ਨ ਮੇਰਾ ਹੋਰ ਮੇਰੇ ਦਿਮਾਗ 'ਚ ਆ ਰਿਹਾ ਹੈ ਕਿ ਕੀ ਕੋਈ ਵਿਅਕਤੀ ਜੋ ਆਪਣੀ ਚੰਗੇ ਭਵਿੱਖ ਲਈ ਕਿਸੇ ਤਰ੍ਹਾਂ ਦਾ ਪ੍ਰਵਾਸ ਕਰਦਾ ਹੈ, ਕਿਸੇ ਹੋਰ ਦੇਸ਼ ਦੇ ਵਿੱਚ ਜਾਂਦਾ ਹੈ, ਗੈਰ ਕਾਨੂੰਨੀ ਢੰਗ ਨਾਲ ਜਾਂਦਾ ਹੈ, ਜਿਹੜੇ ਏਜੰਟ ਨੇ ਉਹ ਇਸ ਦੇ ਵਿੱਚ ਮਦਦ ਕਰਦੇ ਨੇ ਗੈਰ ਕਾਨੂੰਨੀ ਉਹਨੂੰ ਜਾਣ ਦੇ ਵਿੱਚ, ਤੇ ਕੀ ਉਹ ਮੈਨੂੰ ਲੱਗਦਾ ਵੀ ਮਨੁੱਖੀ ਤਸਕਰੀ ਦੀ ਨਹੀਂ ਗੱਲ ਕਰ ਰਹੇ, ਮਨੁੱਖੀ ਤਸਕਰੀ ਨਹੀਂ ਕਰ ਰਹੇ ਉਹ? ਬਿਲਕੁਲ, ਜੇ ਸਿੱਧੇ ਰੂਪ ਵਿੱਚ ਦੇਖਿਆ ਜਾਵੇ ਤਾਂ ਉਹ ਜਿਹੜੇ ਟਰੈਵਲ ਏਜੰਟ ਨੇ ਉਹ ਸਿਰਫ ਆਪਣੇ ਇਨਕਮ ਦੇ ਸਾਧਨ ਲਈ ਮਨੁੱਖ ਦਾ ਜਿਹੜਾ ਮਾਨਸਿਕ ਉਹਦਾ ਨਿਗਾਰਾ ਉਹਨੂੰ ਉਭਾਰ ਰਹੇ ਨੇ। ਨਾਲ ਦੀ ਨਾਲ ਇੱਕ ਉਸ ਜਿਹੜੀ ਜਿਸ ਗੱਲ ਵੱਲ ਤੁਸੀਂ ਇਸ਼ਾਰਾ ਕੀਤਾ ਕਿ ਮਨੁੱਖੀ ਤਸਕਰੀ, ਉਹਦੇ ਵਿੱਚ ਵੀ ਵਾਧਾ ਕਰ ਰਹੇ ਨੇ। ਕਿਉਂਕਿ ਜਿਹੜੇ ਇੱਥੋਂ ਪੰਜਾਬ ਦੇ ਜਾਂ ਕਿਸੇ ਵੀ ਸਟੇਟ ਦੇ ਸਤਾਏ ਹੋਏ ਨੌਜਵਾਨ ਕਿਸੇ ਵੀ ਪਰਿਸਥਿਤੀਆਂ ਦੇ ਇਨਸਾਨ ਉਦੋਂ ਹੀ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਪ੍ਰਵਾਸ ਕਰਦਾ ਜਦੋਂ ਉਸ ਸਮਾਜ ਵਿੱਚ ਰਹਿਣ ਵਾਲੀਆਂ ਪਰਿਸਥਿਤੀਆਂ ਉਹਦੇ ਕਾਬੂ ਤੋਂ ਬਾਹਰ ਹੋ ਜਾਣ। ਠੀਕ ਹੈ, ਜਦੋਂ ਕਿਸੇ ਵੀ ਮਨੁੱਖ ਦੀਆਂ ਸਥਿਤੀਆਂ ਕਾਬੂ ਤੋਂ ਬਾਹਰ ਹੁੰਦੀਆਂ ਨੇ ਜਾਂ ਉਹਦੇ ਲਈ ਉੱਥੇ ਰਹਿਣਾ ਮਤਲਬ ਇੱਕ ਤਰੀਕੇ ਦਾ ਸੰਕਟ ਪੈਦਾ ਹੋ ਜਾਂਦਾ, ਉਹ ਆਪਣੀ ਹੋਂਦ ਨੂੰ ਬਚਾਉਣ ਲਈ ਜਦੋਂ ਪ੍ਰਵਾਸ ਕਰਦਾ, ਤਾਂ ਜਿਹੜੇ ਇਹ ਟਰੈਵਲ ਏਜੰਟ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ, ਤਾਂ ਇਹ ਉਸ ਦੀਆਂ ਉਹਨਾਂ ਹਾਲਾਤਾਂ ਨੂੰ ਹੋਰ ਜ਼ਿਆਦਾ ਵਧਾਉਂਦੇ ਨੇ। ਤੇ ਇਸ ਤਰੀਕੇ ਦੀ ਮਨੁੱਖੀ ਤਸਕਰੀ ਹੈ ਜਿਹੜੀ, ਇਹਦੀ ਮੈਂ ਬੜੀ ਸੋਹਣੀ ਐਗਜ਼ਾਮਪਲ ਇਸੇ ਢੰਗ ਨਾਲ ਹੀ ਦੇਣਾ ਚਾਹੂੰਗੀ ਕਿ ਜਦੋਂ ਚੈਕੋਸਲੋਵਾਕੀਆ ਸੁਖਵੀਰ ਪਹੁੰਚਦਾ ਜੀ ਤਾਂ ਉੱਥੇ ਉਹਨੂੰ ਇੱਕ ਘੋੜੇ ਦੇ ਤਵੇਲਿਆਂ ਵਿੱਚ ਠਹਿਰਾਇਆ ਜਾਂਦਾ, ਜਿਹਦੀ ਮਤਲਬ ਮਾਲਕ ਮੈਡਮ ਮਾਰਾ ਹੁੰਦੀ ਹੈ। ਠੀਕ ਹੈ, ਜਦੋਂ ਸੁਖਵੀਰ ਉੱਥੇ ਪਹੁੰਚਦਾ ਤਾਂ ਉਹ ਦੇਖਦਾ ਕਿ ਸਿਰਫ ਉਹੀ ਨਹੀਂ, ਉਹਦੇ ਵਰਗੇ 100-200 ਮੁੰਡੇ ਹੋਰ ਪਹਿਲਾਂ ਗੈਰ ਕਾਨੂੰਨੀ ਪ੍ਰਵਾਸ ਕਰਕੇ ਚੈਕੋਸਲੋਵਾਕੀਆ ਦੇ ਘੋੜਿਆਂ ਵਾਲੇ ਤਵੇਲੇ ਵਿੱਚ ਜਮ੍ਹਾਂ ਸੀ। ਇਸ ਤਰ੍ਹਾਂ ਦੀ ਜਿਹੜੀ ਮਤਲਬ ਇਹ ਸਥਿਤੀ ਦਿਖਾਈ ਹੈ ਜਰਨੈਲ ਸਿੰਘ ਸੇਖਾਂ ਨੇ, ਇਹ ਕਿਤੇ ਨਾ ਕਿਤੇ ਉਹਨਾਂ ਟਰੈਵਲ ਏਜੰਟਾਂ ਦੀ ਤਸਕਰੀ ਵੱਲ ਇਸ਼ਾਰਾ ਕਰਦੀ ਹੈ ਜਿਹੜੇ ਆਪਣੇ ਪੈਸੇ ਨੂੰ ਇਕੱਠਾ ਕਰਨ ਦੇ ਜਾਂ ਉਸ ਲਾਲਚ ਵੱਲ ਉਹਨਾਂ ਮੁੰਡਿਆਂ ਦਾ ਜਿਹੜਾ ਭਵਿੱਖ ਹੈ ਜਾਂ ਉਹਨਾਂ ਦੇ ਮੁੰਡਿਆਂ ਦੀ ਜਿਹੜੀ ਜ਼ਿੰਦਗੀ ਆ ਉਹਨਾਂ ਦੇ ਨਾਲ ਉਹ ਖਿਲਵਾੜ ਕਰਦੇ ਨੇ। ਫਿਰ ਉਹ ਚੈਕੋਸਲੋਵਾਕੀਆ ਤੋਂ ਜਦੋਂ ਜਰਮਨ ਪਹੁੰਚਣਾ ਹੁੰਦਾ ਤਾਂ ਉਹ ਰਾਤ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਾਰਡਰ ਕ੍ਰਾਸ ਕਰਦੇ ਨੇ। ਇੱਕ ਜਿਹੜੀ ਹੋਰ ਵੱਡੀ ਗੱਲ ਆ ਉਹ ਜਿਸ ਵੱਲ ਤੁਸੀਂ ਇਸ਼ਾਰਾ ਕੀਤਾ ਉਹ ਇਹ ਆ ਕਿ
ਬਹੁਤ ਸਾਰੇ ਨੌਜਵਾਨ ਮੁੰਡੇ ਆ ਜਿਹੜੇ ਉਹ ਰਾਤਾਂ ਨੂੰ ਜਦੋਂ ਬਾਰਡਰ ਕ੍ਰਾਸ ਕਰਦੇ ਆ, ਕਈ ਖਾਈਆਂ ਦੀ ਭੇਂਟ ਚੜ ਜਾਂਦੇ ਆ, ਕਈ ਬਾਰਡਰਾਂ ਤੇ ਪੁਲਿਸ ਦੇ ਸ਼ਿਕਾਰ ਹੋ ਜਾਂਦੇ ਨੇ। ਇਸ ਤਰੀਕੇ ਦੀ ਉਹਨਾਂ ਦੀ ਹੋਂਦ ਹੀ ਕਿਤੇ ਖਤਮ ਹੋ ਜਾਂਦੀ ਹੈ ਤੇ ਉਹਨਾਂ ਦੇ ਮਾਪਿਆਂ ਨੂੰ ਇਹ ਪਤਾ ਵੀ ਨਹੀਂ ਲੱਗਦਾ। ਇਹ ਜਿਹੜਾ ਮਤਲਬ ਸਿਲਸਿਲਾ ਹੈ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਕਰਨ ਵਿੱਚ ਟਰੈਵਲ ਏਜੰਟਾਂ ਦਾ ਜਾਂ ਮਨੁੱਖੀ ਤਸਕਰੀ ਦੇ, ਇਹ ਬਹੁਤ ਹੱਦ ਤੱਕ ਆ ਜਿਹੜਾ ਉਹ ਇਹਨਾਂ ਟਰੈਵਲ ਏਜੰਟਾਂ ਦੇ ਕਰਕੇ ਹੋ ਰਿਹਾ ਹੈ ਤੇ ਜਿਹਨੂੰ ਸਮਝਣਾ ਤੇ ਰੋਕਣਾ ਹੁਣ ਮਤਲਬ ਸਮੇਂ ਦੀ ਮੰਗ ਹੈ। ਇੱਕ ਗੱਲ ਹੋਰ ਇਹਦੇ ਵਿੱਚ ਬੜੀ ਅਹਿਮ ਆ, ਇਹਦੇ ਨਾਲ ਅਮਰ ਜੀ ਗੈਰ ਕਾਨੂੰਨੀ ਪ੍ਰਵਾਸ ਦੇ ਨਾਲ ਕਿਰਤ ਦੀ ਬਹੁਤ ਵੱਡੇ ਪੱਧਰ ਤੇ ਲੁੱਟ ਹੁੰਦੀ ਹੈ। ਉਹਦਾ ਕਾਰਨ ਇਹ ਹੈ ਕਿ ਜਦੋਂ ਹੁਣ ਗੈਰ ਕਾਨੂੰਨੀ ਤੌਰ ਤੇ ਪ੍ਰਵਾਸ ਕਰਕੇ ਗਏ ਆ ਪੰਜਾਬੀ ਉੱਥੇ, ਉਹਨਾਂ ਨੂੰ ਚਾਹੇ ਉਹ ਆਪਣੇ ਪਹਿਲਾਂ ਤੋਂ ਪੱਕੇ ਹੋਏ ਪੰਜਾਬੀ ਭਾਈਚਾਰੇ ਦੇ ਲੋਕ ਨੇ, ਚਾਹੇ ਕੋਈ ਗੋਰੇ ਨੇ ਜਾਂ ਕੋਈ ਹੋਰ ਨੇ, ਉਹਨਾਂ ਨੂੰ ਉਸ ਤਰ੍ਹਾਂ ਦੇ ਕੰਮ ਦੇ ਪੈਸੇ ਮਿਹਨਤਾਨਾ ਨਹੀਂ ਮਿਲੇਗਾ। ਉਹਨਾਂ ਨੂੰ ਬਹੁਤ ਘੱਟ ਨਿਗੂਣੇ ਰੇਟਾਂ ਦੇ ਉੱਪਰ ਉਸ ਨੂੰ ਰੱਖਿਆ ਜਾ, ਕਿਉਂਕਿ ਉਹ ਗੈਰ ਕਾਨੂੰਨੀ ਨੇ। ਉਹ ਆਪਣੇ ਆਪ ਨੂੰ ਉਸ ਸਟੇਟ ਦੇ ਸਾਹਮਣੇ ਨਹੀਂ ਹੋਣਾ ਦੇਣ ਚਾਹੁੰਦੇ। ਉਹਨਾਂ ਨੂੰ ਡਰ ਹੈ ਕਿ ਜੇ ਅਸੀਂ ਫੜੇ ਜਾਵਾਂਗੇ ਤਾਂ ਸਾਨੂੰ ਡਿਪੋਰਟ ਕਰ ਦਿੱਤਾ ਜਾਵੇਗਾ ਜਾਂ ਹੋਰ ਕਈ ਤਰ੍ਹਾਂ ਦੇ ਸੰਕਟਾਂ ਦਾ ਉਹ ਸਾਹਮਣਾ ਕਰਦੇ ਨੇ। ਉਹ ਆਪਣਾ ਆਪ ਲੁਕੋ ਕੇ ਰੱਖਦੇ ਨੇ। ਤਾਂ ਇਸ ਲੁਕਾਉਣ ਦੇ ਵਿੱਚ ਉਹਨਾਂ ਦੀ ਕਿਰਤ ਦੀ ਲੁੱਟ ਜਿਹੜੀ ਬਹੁਤ ਵੱਡੇ ਪੱਧਰ ਤੇ ਹੁੰਦੀ ਆ। ਮੈਂ ਸਮਝਦਾ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਪਣੇ ਹੀ ਪੰਜਾਬੀ ਭਾਈਚਾਰੇ ਦੇ ਲੋਕਾਂ ਦਾ ਜ਼ਿਆਦਾ ਹੈ, ਕਿਉਂਕਿ ਉਹ ਇਸ ਤਰ੍ਹਾਂ ਦੀਆਂ ਕੁਣਤਰਾਂ ਉਹਨਾਂ ਦੇ ਦਿਮਾਗ ਦੇ ਵਿੱਚ ਪਹਿਲਾਂ ਤੋਂ ਫਿੱਟ ਬੈਠੀਆਂ ਹੁੰਦੀਆਂ। ਅੱਛਾ ਡਾਕਟਰ ਸੁਖਪ੍ਰੀਤ ਜੀ, ਮੈਂ ਇਸ ਨਾਵਲ ਦੇ ਵਿੱਚ ਇੱਕ ਵਿਸ਼ੇਸ਼ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ ਜੀ। ਉਸ ਨੂੰ ਮੈਂ ਪੰਜਾਬੀਆਂ ਦੀ, ਆਪਣੀ ਪੂਰੇ ਸਮੁੱਚੇ ਪੰਜਾਬੀਆਂ ਦੀ ਮਾਨਸਿਕਤਾ ਦੇ ਸੰਦਰਭ ਦੇ ਵਿੱਚ ਹੀ ਜਾਣਨ ਦੀ ਕੋਸ਼ਿਸ਼ ਕਰਾਂਗਾ। ਸਾਡੇ ਪੰਜਾਬੀਆਂ ਦੀ ਮਾਨਸਿਕਤਾ ਖਾਸ ਤੌਰ ਤੇ ਜਿਹੜੀ ਇਹ ਗੋਰੇ ਆ, ਗੋਰਿਆਂ ਬਾਰੇ ਜਾਂ ਗੋਰੀਆਂ ਔਰਤਾਂ ਬਾਰੇ ਸਾਡੇ ਪੰਜਾਬੀਆਂ ਦੀ ਮਾਨਸਿਕਤਾ ਕਿ ਉਹਨਾਂ ਨੂੰ ਬਹੁਤਾ ਆਚਰਣਿਕ ਤੌਰ ਤੇ ਠੀਕ ਨਹੀਂ ਸਮਝਦੇ। ਵੈਸੇ ਇੱਕ ਓਵਰਆਲ ਵਿਊ ਆ ਪੰਜਾਬੀਆਂ ਦੇ ਮਨ ਦੇ ਵਿੱਚ, ਇੱਕ ਕਨਸੈਪਟ ਵਸਿਆ ਵਾ। ਇਸ ਨਾਵਲ ਦੇ ਵਿੱਚ ਜਿਹੜੀ ਸੁਖਬੀਰ ਦੇ ਨਾਲ ਇੱਕ ਗੋਰੀ ਔਰਤ ਦਾ ਲਗਾਓ ਹੁੰਦਾ, ਡਰੈਸਲਰ, ਉਸ ਦੇ ਨਾਲ ਉਹਦਾ ਲਗਾਓ ਹੁੰਦਾ। ਡਰੈਸਲਰ ਬੜੀ ਹੀ ਇਮਾਨਦਾਰੀ ਨਾਲ ਉਸ ਦੇ ਨਾਲ ਆਪਣਾ ਰਿਸ਼ਤਾ ਨਿਭਾਉਂਦੀ ਆ ਤੇ ਪਰੰਤੂ ਇੱਕ ਥਾਂ ਮੈਂ ਦੇਖਿਆ ਨਾਵਲ ਦੇ ਵਿੱਚ, ਗੁਰਦੁਆਰੇ ਦੇ ਸੇਵਾਦਾਰਾਂ ਵੱਲੋਂ, ਪ੍ਰਬੰਧਕਾਂ ਵੱਲੋਂ ਸੁਖਬੀਰ ਨੂੰ ਡਰੈਸਲਰ ਬਾਰੇ ਇਸ ਤਰ੍ਹਾਂ ਦੀਆਂ ਕੁਝ ਟੀਕਾ ਟਿੱਪਣੀਆਂ ਕਰਦੇ ਨੇ ਉਹ ਉਸ ਦੇ ਆਚਰਣਿਕ ਵਿਹਾਰ ਤੇ ਚਰਿੱਤਰ ਤੇ। ਤਾਂ ਮੈਂ ਸਮਝਦਾ ਕਿ ਇਹ ਪੰਜਾਬੀ ਜਿਹੜਾ ਪ੍ਰਵਾਸੀ ਨਾਵਲ ਆ, ਇਹਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਜਾਂ ਇਸ ਤਰ੍ਹਾਂ ਦੀ ਮਾਨਸਿਕਤਾ ਪੰਜਾਬੀਆਂ ਦੀ ਕਿਉਂ ਦਿਖਾਈ ਜਾਂਦੀ ਹੈ, ਜਾਂ ਇਹਦਾ ਕੀ ਕਾਰਨ ਆ ਵੀ ਇਸ ਤਰ੍ਹਾਂ ਦੀ ਭਾਵਨਾ ਉਹਨਾਂ ਦੇ ਮਨ ਦੇ ਵਿੱਚੋਂ ਨਹੀਂ ਜਾਂਦੀ ਕਿ ਇੱਕ ਗੋਰੀਆਂ ਦੇ ਪ੍ਰਤੀ ਜਿਹੜਾ ਉਹ ਭਾਵੇਂ ਇਮਾਨਦਾਰੀ ਨਾਲ ਜੁੜੀਆਂ ਵੀ ਆ, ਫਿਰ ਵੀ ਉਹ ਇੱਕ ਦੂਰੀ, ਇੱਕ ਵਿੱਥ ਬਣਾ ਕੇ ਰੱਖਦੇ ਉਹਨਾਂ ਤੋਂ। ਇਹਦੇ ਬਾਰੇ ਤੁਸੀਂ ਜ਼ਰੂਰ ਜਾਣਨਾ। ਡਾਕਟਰ ਹਰਿੰਦਰ, ਤੁਸੀਂ ਬਹੁਤ ਹੀ ਸੋਹਣਾ ਜਿਹੜਾ ਪ੍ਰਸ਼ਨ ਉਹ ਕੀਤਾ ਹੈ। ਸਭ ਤੋਂ ਪਹਿਲਾਂ ਤਾਂ ਜਰਨੈਲ ਸਿੰਘ ਸੇਖਾਂ ਜਿਨ੍ਹਾਂ ਨੇ ਨਾਵਲ ਦੀ ਰਚਨਾ ਕੀਤੀ ਹੈ ਤੇ ਉਸ ਕਰੈਕਟਰ ਡਰੈਸਲਰ ਨੂੰ ਪੇਸ਼ ਕੀਤਾ ਹੈ, ਉਹਨਾਂ ਨੇ ਉਹ ਪ੍ਰਵਾਸੀ ਪੰਜਾਬੀ ਤੇ ਆਮ ਪੰਜਾਬੀਆਂ ਦੀ ਉਸ ਮਿੱਥ ਨੂੰ ਤੋੜ ਕੇ ਡਰੈਸਲਰ ਦਾ ਜਿਹੜਾ ਕਰੈਕਟਰ ਆ ਉਹਨੂੰ ਪੇਸ਼ ਕੀਤਾ। ਉਹ ਆਮ ਤੌਰ ਤੇ ਜਿਵੇਂ ਤੁਸੀਂ ਕਿਹਾ ਕਿ ਪੰਜਾਬੀ ਆ ਜਿਹੜੇ ਅੰਗਰੇਜ਼ ਕੁੜੀਆਂ ਨੂੰ ਜਾਂ ਗੋਰੀਆਂ ਮੇਮਾਂ ਨੂੰ ਉਹਨਾਂ ਦੇ ਚਰਿੱਤਰ ਪ੍ਰਤੀ ਕਈ ਤਰ੍ਹਾਂ ਦੇ ਵਿਅੰਗ ਸ਼ਬਦ ਵਰਤਦੇ ਨੇ, ਪਰੰਤੂ ਸੇਖਾਂ ਨੇ ਜਿਹੜਾ ਡਰੈਸਲਰ ਨੂੰ ਪੇਸ਼ ਕੀਤਾ ਉਹ ਇੱਕ ਇਮਾਨਦਾਰ ਤੇ ਵਫਾਦਾਰ, ਪ੍ਰੇਮ ਨੂੰ ਨਿਭਾਉਣ ਵਾਲੀ, ਇੱਕ ਸੁੱਚੇ ਉੱਚੇ ਆਚਰਣ ਵਾਲੀ ਕੁੜੀ ਵਜੋਂ ਪੇਸ਼ ਕੀਤਾ। ਡਰੈਸਲਰ ਐਕਚੁਅਲੀ ਚ ਜਿਹੜੀ ਮੂਲ ਜਰਮਨ ਕੁੜੀ ਹੁੰਦੀ ਆ, ਜਦੋਂ ਜਰਮਨ ਵਿੱਚ ਸੁਖਬੀਰ ਹੁੰਦਾ ਤਾਂ ਉਹਦਾ ਬਾਪ ਨਸਲਵਾਦ ਕਰਕੇ ਉਹਦਾ ਵਿਰੋਧ ਕਰਦਾ, ਪਰੰਤੂ ਡਰੈਸਲਰ ਆਪਣੇ ਬਾਪ ਦਾ ਵੀ ਵਿਰੋਧ ਕਰਦੀ ਹੋਈ ਹਮੇਸ਼ਾ ਸੁਖਬੀਰ ਦੇ ਮਦਦ ਕਰਦੀ ਆ ਤੇ ਉਹਨੂੰ ਕੈਨੇਡਾ ਤੱਕ ਪਹੁੰਚਾਉਂਦੀ ਆ। ਹੁਣ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇਹ ਪੰਜਾਬੀਆਂ ਦੀ ਇਸ ਤਰੀਕੇ ਦੀ ਫਿਤਰਤ ਕਿਉਂ ਆ, ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਇਹ 2-3 ਜਿਹੜੇ ਪੱਖ ਆ। ਪਹਿਲਾ ਪੱਖ ਤਾਂ ਇਹ ਕਿ ਜਿਹੜੇ ਪ੍ਰਵਾਸੀ ਪੰਜਾਬੀ ਉੱਥੇ ਬਾਹਰਲੇ ਵਿਦੇਸ਼ਾਂ ਵਿੱਚ ਰਹਿੰਦੇ ਨੇ, ਉਹਨਾਂ ਦੇ ਅਵਚੇਤਨਾ ਵਿੱਚ ਹਜੇ ਵੀ ਉਹ ਜਿਹੜੀ ਮਰਦ ਪ੍ਰਧਾਨ ਸਮਾਜ ਵਾਲੀ ਬਸੀ ਹੋਈ ਧਿਰ ਨਾ, ਉਹ ਸੋਚ ਆ, ਉਹ ਗਈ ਨਹੀਂ। ਉਹ ਔਰਤ ਨੂੰ ਅਜੇ ਵੀ ਦੂਜੀ ਧਿਰ ਸਮਝਦਾ। ਪਹਿਲਾ ਗੱਲ ਤਾਂ ਮੈਨੂੰ ਇਹ ਲੱਗਦਾ। ਦੂਸਰਾ ਹੈ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਸਾਡਾ ਮੁਲਕ ਆ,
ਬਹੁਤ ਲੰਬਾ ਟਾਈਮ 200 ਸਾਲ ਮਤਲਬ ਸਾਡਾ ਹਿੰਦੁਸਤਾਨ ਅੰਗਰੇਜ਼ਾਂ ਦੇ ਗੁਲਾਮ ਰਿਹਾ, ਤਾਂ ਅੰਗਰੇਜ਼ਾਂ ਪ੍ਰਤੀ ਜਿਹੜੀ ਇੱਕ ਈਰਖੇ ਦੀ ਭਾਵਨਾ ਤੇ ਉਹਨਾਂ ਦੇ ਔਰਤਾਂ ਨੂੰ ਉਸ ਨਜ਼ਰ ਨਾਲ ਦੇਖਦੇ ਆ, ਜਿਸ ਕਰਕੇ ਉਹ ਗੋਰੀਆਂ ਮੇਮਾਂ ਦੇ ਆਚਰਣ ਪ੍ਰਤੀ ਹਮੇਸ਼ਾ ਹੀ ਵਿਅੰਗਮਈ ਸ਼ਬਦ ਵਰਤਦੇ। ਤੇ ਤੀਸਰੀ ਗੱਲ ਇਹ ਕਿ ਮੈਨੂੰ ਲੱਗਦਾ ਕਿ ਉਹ ਕਦੇ ਵੀ ਜਿਹੜੇ ਪੰਜਾਬੀ ਜਾਂ ਪ੍ਰਵਾਸੀ ਉੱਥੇ ਰਹਿੰਦੇ ਨੇ, ਉਹਨਾਂ ਦੇ ਜਿਹੜੀ ਮਰਦ ਵਾਲੀ ਹਉਮੈ ਵਾਲੀ ਭਾਵਨਾ ਹੁੰਦੀ ਆ, ਉਹਨਾਂ ਨੂੰ ਲੱਗਦਾ ਕਿ ਕੋਈ ਵੀ ਔਰਤ ਆ ਜਿਹੜੀ, ਭਾਵੇਂ ਕਿ ਉਹ ਗੋਰੀ ਮੇਮ ਹੋਵੇ ਜਾਂ ਫਿਰ ਨੋਰਮਲ, ਉਹ ਆਪਣੇ ਅਧੀਨ ਹੀ ਰੱਖਣਾ ਚਾਹੁੰਦੇ ਆ, ਉਹਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਦੇਣਾ ਚਾਹੁੰਦੇ ਕਿਤੇ ਵੀ। ਇਹ ਸਿਰਫ ਇੱਕ ਅੰਗਰੇਜ਼ ਮੇਮ ਦੇ ਪੱਖ 'ਚ ਨਹੀਂ, ਬਾਕੀ ਓਵਰਆਲ ਵੀ ਅਸੀਂ ਗੱਲ ਕਰਾਂਗੇ, ਜੇ ਕਿਸੇ ਦੀ ਪ੍ਰਵਾਸੀ ਔਰਤਾਂ ਦੀ ਗੱਲ ਵੀ ਦੇਖ ਲਓ ਤਾਂ ਉਹ ਪੱਛਮੀ ਦੇਸ਼ਾਂ ਵਿੱਚ ਰਹਿੰਦੇ ਹੋਏ ਵੀ, 21ਵੀਂ ਸਦੀ ਵਿੱਚ ਵਿਚਰਦੇ ਹੋਏ ਵੀ 18ਵੀਂ ਸਦੀ ਵਾਲੀ ਸੋਚ ਹੀ ਰੱਖਦੇ ਆ, ਜਿਹਦੇ ਕਰਕੇ ਔਰਤ ਨੂੰ ਖਾਸ ਤੌਰ ਤੇ ਫਿਰ ਦੂਸਰੇ ਪਾਸੇ ਅੰਗਰੇਜ਼ਾਂ ਨੂੰ, ਅੰਗਰੇਜ਼ ਕੁੜੀਆਂ ਨੂੰ ਇਸੇ ਨਜ਼ਰ ਨਾਲ ਦੇਖਦੇ ਆ। ਪਰੰਤੂ ਸਿੱਖਾਂ ਨੇ ਜਦੋਂ ਡਰੈਸਲਰ ਨੂੰ ਪੇਸ਼ ਕੀਤਾ ਤੇ ਉਹ ਬੜਾ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ, ਉਹਨੂੰ ਇੱਕ ਵਫਾਦਾਰ ਕੁੜੀ ਦਿਖਾਇਆ। ਉਹ ਇੱਥੋਂ ਤੱਕ ਕਿ ਸੁਖਵੀਰ ਲਈ ਪੰਜਾਬੀ ਬੋਲਣਾ ਸਿੱਖਦੀ ਆ, ਉਹਦੇ ਲਈ ਗੁੱਤ ਕਰਦੀ ਆ, ਸੂਟ ਪਾਉਂਦੀ ਆ, ਚਿੱਠੀ ਵੀ ਲਿਖਦੀ ਆ। ਇਸੇ ਤਰ੍ਹਾਂ ਬਹੁਤ ਸਾਰੇ ਹੁਣ ਜਿਹੜੇ ਨਾਵਲ ਕਹਾਣੀਆਂ ਆ ਰਹੇ ਨੇ, ਉਹਨਾਂ ਦੇ ਵਿੱਚ ਇਹ ਰਾਈਟਰ ਇਸ ਮਿੱਥ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਜੋ ਸਾਡੇ ਪੰਜਾਬੀਆਂ ਦੇ ਅਵਚੇਤਨ ਵਿੱਚ ਵਸੀ ਹੋਈ ਸੀ। ਜੀ ਇੱਥੇ ਇਹ ਸੇਖਾ ਜੀ ਨੇ ਇਹ ਗੱਲ ਵਧੀਆ ਕੀਤੀ ਹੈ ਕਿ ਕਿਸੇ ਵੀ ਸੱਭਿਆਚਾਰ ਨੂੰ ਨਾ ਉਸ ਨੂੰ ਜਾਂ ਮਤਲਬ ਇੱਕ ਦੂਜੇ ਤੋਂ ਉੱਪਰ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਬਰਾਬਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਉਹ ਕੁੜੀ ਵਾਪਸ ਜਾਂਦੀ ਹੈ, ਫਿਰ ਬਿਲਕੁਲ ਜਰਮਨ ਵਾਪਸ ਜਾਂਦੀ ਆ। ਹਾਂ, ਜਦੋਂ ਸੁਖਵੀਰ ਉਹਨੂੰ ਇਹ ਕਹਿ ਕੇ ਛੱਡ ਦਿੰਦਾ ਕਿ ਉਹਦਾ ਹੁਣ ਪ੍ਰੇਮ ਆ ਜਿਹੜਾ ਸੁਰੇਖਾ ਨਾਲ ਪਹਿਲਾਂ ਵਾਲਾ ਸੀ। ਤਾਂ ਜੀ ਡਾਕਟਰ ਸੁਖਪ੍ਰੀਤ ਜੀ, ਜਿਸ ਤਰ੍ਹਾਂ ਇਹ ਨਾਵਲ ਦੇ ਵਿੱਚ ਮੈਡਮ ਪਾਲ, ਸੁਰੇਖਾ ਤੇ ਡਰੈਸਲਰ ਜੋ ਇਸਤਰੀ ਪਾਤਰ ਆਏ ਆ, ਔਰ ਉਹ ਜਿਹੜਾ ਹੈਗਾ ਮੇਨ ਸਾਡਾ ਨਾਇਕ ਹੈ, ਉਹਦੀ ਜ਼ਿੰਦਗੀ ਦੇ ਵਿੱਚ ਵੀ ਆਉਂਦੇ ਆ। ਭਗੌੜਾ ਹੋਣ ਦੇ ਵਿੱਚ ਇਹਨਾਂ ਜਿਹੜੀਆਂ ਲੇਡੀਜ਼ ਪਾਤਰ ਨੇ, ਇਹਨਾਂ ਦੇ ਵਿੱਚ ਉਹ ਭਗੌੜਾ ਹੋਣ ਦੇ ਵਿੱਚ ਉਹਨਾਂ ਨੂੰ ਯਤਨ ਕਰਦੀਆਂ ਜਾਂ ਰੋਕਣ ਦਾ ਮਤਲਬ ਕੋਈ ਕਾਰਨ ਬਣਦੀਆਂ, ਇਸ ਬਾਰੇ ਸਾਨੂੰ ਦੱਸੋ ਜੀ। ਅਮਰ ਜੀ, ਤਿੰਨੋਂ ਹੀ ਜਿਹੜੇ ਪਾਤਰ ਨੇ, ਸੁਰੇਖਾ, ਡਰੈਸਲਰ ਤੇ ਮੈਡਮ ਪਾਲ, ਉਹ ਸੁਖਵੀਰ ਦੀ ਜ਼ਿੰਦਗੀ ਦੇ ਵਿੱਚ ਅਲੱਗ-ਅਲੱਗ ਪੱਖਾਂ ਤੋਂ ਆਪਣਾ ਰੋਲ ਅਦਾ ਕਰਦੇ ਨੇ। ਜਿਵੇਂ ਕਿ ਸੁਰੇਖਾ ਜਿਹੜੀ ਉਹਦੀ ਪ੍ਰੇਮਿਕਾ ਹੁੰਦੀ ਆ, ਉਹ ਸੁਖਵੀਰ ਦੇ ਭਗੌੜਾ ਹੋਣ ਦਾ ਕਾਰਨ ਬਣਦੀ ਹੈ, ਕਿਉਂਕਿ ਉਹ ਅੰਤਰਜਾਤੀ ਧਿਰ ਨਾਲ ਸੰਬੰਧ ਰੱਖਦੀ ਹੈ, ਜਿਹਦੇ ਕਰਕੇ ਉਹਨਾਂ ਦਾ ਪ੍ਰੇਮ ਹੁੰਦਾ ਤੇ ਫਿਰ ਉਹਦਾ ਜਿਹੜਾ ਬਾਪ ਪੁਲਿਸ ਅਫਸਰ ਹੁੰਦਾ ਤੇ ਉਹ ਉਹਦਾ ਬੈਰੀ ਬਣਦਾ ਤੇ ਸੁਖਵੀਰ ਉਹ ਪੰਜਾਬ ਵਿੱਚੋਂ ਭੱਜਣ ਲਈ ਮਜਬੂਰ ਹੁੰਦਾ। ਦੂਸਰਾ ਹੈ ਮੈਡਮ ਪਾਲ, ਜੋ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਆ, ਕਿਉਂਕਿ ਸੁਰੇਖਾ ਅਤੇ ਸੁਖਵੀਰ ਦੋਨੇ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਦੇ ਨੇ। ਤਾਂ ਜਦੋਂ ਇਹ ਗੱਲ ਮੈਡਮ ਪਾਲ ਨੂੰ ਪਤਾ ਲੱਗਦੀ ਆ, ਉਹ ਦੋਨਾਂ ਨੂੰ ਮੋਟੀਵੇਟ ਕਰਦੀ ਆ। ਉਹ ਕਹਿੰਦੀ ਹੈ ਕਿ ਤੁਹਾਨੂੰ ਆਪਣੇ ਹੱਕ ਲਈ ਆਵਾਜ਼ ਉਠਾਉਣੀ ਚਾਹੀਦੀ ਆ, ਪਰੰਤੂ ਉਹ ਕਿਸੇ ਨਾ ਕਿਸੇ ਕਾਰਨ ਸੁਖਵੀਰ, ਕਿਉਂਕਿ ਉਸ ਟਾਈਮ ਤੇ ਪੰਜਾਬ ਸੰਕਟ ਦਾ ਟਾਈਮ ਸੀ, ਉਸ ਤਰ੍ਹਾਂ ਦੀ ਆਵਾਜ਼ ਨਹੀਂ ਉਠਾ ਸਕਦਾ ਸੀ, ਆਪਣੇ ਉਸ ਅੰਤਰਜਾਤੀ ਪ੍ਰੇਮ ਨੂੰ ਨਹੀਂ ਪੂਰਨ ਕਰਵਾ ਸਕਦਾ ਸੀ। ਤਾਂ ਇਹ ਇੱਕ ਅਲੱਗ ਤਰੀਕੇ ਦਾ ਉਹਨੂੰ ਮੋਟੀਵੇਟ ਕਰ ਦਿੰਦੀ ਹੈ। ਤੀਸਰੀ ਸੀਗੀ ਡਰੈਸਲਰ, ਜਿੱਥੇ ਸੁਰੇਖਾ ਉਹਦੇ ਭਗੌੜਾ ਹੋਣ ਦਾ ਕਾਰਨ ਬਣਦੀ ਆ। ਇਸ ਨਾਵਲ ਦੇ ਵਿੱਚ ਬਹੁਤ ਹੀ ਖੂਬਸੂਰਤੀ ਨਾਲ ਸੇਖਾ ਸਾਹਿਬ ਨੇ ਡਰੈਸਲਰ ਨੂੰ ਇਸ ਧਿਰ ਵਜੋਂ ਪੇਸ਼ ਕੀਤਾ ਕਿ ਉਹ ਉਹਨੂੰ ਭਗੌੜਾ ਹੋਣ ਤੋਂ ਬਚਾਉਣ ਦਾ ਕਾਰਨ ਬਣਦੀ ਹੈ। ਜਦੋਂ ਉਹ ਚੈਕੋਸਲੋਵਾਕੀਆ ਤੋਂ ਜਰਮਨ ਪਹੁੰਚਦਾ, ਜਰਮਨ ਉਹ ਡਰੈਸਲਰ ਦੇ ਸੰਪਰਕ ਵਿੱਚ ਆਉਂਦਾ, ਤਾਂ ਡਰੈਸਲਰ ਉਹਨੂੰ ਹਰ ਧਿਰ ਤੋਂ, ਆਪਣੇ ਬਾਪ ਤੋਂ, ਮਿਸਟਰ ਐਡਸਨ ਤੋਂ, ਇੱਥੋਂ ਇੰਗਲੈਂਡ ਤੋਂ ਤੇ ਕੈਨੇਡਾ ਪਹੁੰਚ ਕੇ ਉਹਦੇ ਜਿਹੜੇ ਸਕੇ ਸੰਬੰਧੀ ਦੋਸਤ ਹੁੰਦੇ ਆ, ਉਹਨਾਂ ਤੋਂ ਵੀ ਬਚਾਉਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦੇ। ਇਸ ਕਰਕੇ ਜਿਹੜੀਆਂ ਤਿੰਨੇ ਔਰਤਾਂ ਨੇ, ਸੁਰੇਖਾ ਉਹਦਾ ਕਾਰਨ ਬਣਦੀ ਹੈ, ਡਰੈਸਲਰ ਉਹਨੂੰ ਬਚਾਉਂਦੀ ਹੈ ਤੇ ਮੈਡਮ ਪਾਲ ਆ ਜਿਹੜੀ ਉਹਨੂੰ ਕਿਤੇ ਨਾ ਕਿਤੇ ਮੋਟੀਵੇਟ ਕਰਦੀ ਹੈ ਆਪਣੇ ਰਿਸ਼ਤੇ ਨੂੰ ਬਚਾਉਣ ਲਈ। ਇਹਨਾਂ ਦੇ ਵੱਖਰੇ ਵੱਖਰੇ ਰੋਲ ਨੇ। ਬਿਲਕੁਲ ਡਾਕਟਰ ਸੁਖਪ੍ਰੀਤ ਜੀ, ਇਹ ਬਿਲਕੁਲ ਵੱਖਰੇ ਵੱਖਰੇ ਰੋਲ ਨੇ, ਪਰ ਮੈਂ ਚਾਹਾਂਗਾ ਕਿ ਜਿਵੇਂ ਸਾਡੇ ਐਜ਼ ਏ ਪਾਠਕ ਦੇ ਤੌਰ ਤੇ ਅਸੀਂ, ਸਾਡੇ ਮਨ ਦੇ ਵਿੱਚ ਇੱਕ ਇੱਛਾ ਹੁੰਦੀ ਹੈ, ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਵੀ ਇੱਛਾ ਹੋਵੇਗੀ ਇਹ ਜਾਣਨ ਦੀ ਕਿ ਪਹਿਲਾਂ ਅਸੀਂ ਦੇਖਿਆ ਕਿ ਸੁਖਬੀਰ ਦੀ ਜ਼ਿੰਦਗੀ ਦੇ ਵਿੱਚ ਸੁਰੇਖਾ ਆਉਂਦੀ ਹੈ ਜਦੋਂ ਉਹ ਪੰਜਾਬ ਰਹਿ ਰਿਹਾ ਹੁੰਦਾ, ਉਸ ਤੋਂ ਬਾਅਦ ਉਹ ਭਗੌੜਾ ਹੁੰਦਾ ਤਾਂ ਉੱਥੇ ਉਸ ਦੀ ਮੁਲਾਕਾਤ ਡਰੈਸਲਰ ਨਾਲ ਹੁੰਦੀ ਹੈ, ਉਸ ਦੀ ਜ਼ਿੰਦਗੀ ਦੇ ਵਿੱਚ ਉਹ ਹੁੰਦੀ ਹੈ। ਮੈਂ ਚਾਹਾਂਗਾ ਇਹਨਾਂ ਦੋਨਾਂ ਦੀ ਇੱਕ ਛੋਟੀ ਜਿਹੀ ਤੁਲਨਾ ਜ਼ਰੂਰ ਕੀਤੀ ਜਾਵੇ ਕਿ ਸੋਚ ਦੇ ਪੱਧਰ ਤੇ, ਵਿਹਾਰ ਦੇ ਪੱਧਰ ਤੇ, ਕਿ ਉਹਨਾਂ ਦਾ ਫਰਕ ਕੀ ਹੈ, ਜਾਂ ਉਸ ਦੇ ਲਗਾਵ ਦੇ ਪੱਧਰ ਤੇ
ਉਹਨਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਅੰਤਰ ਜ਼ਰੂਰ ਦੇਖਣ ਨੂੰ ਮਿਲਦਾ, ਕਿਉਂਕਿ ਉਹ ਭਾਵੇਂ ਕਲਚਰ ਦਾ ਜ਼ਰੂਰ ਫਰਕ ਆ, ਪਰ ਇੱਕ ਸੋਚ ਦਾ ਵੀ ਫਰਕ ਜਿਹੜਾ ਸਾਹਮਣੇ ਆਉਂਦਾ। ਇਨਸਾਨ ਬਿਲਕੁਲ ਸੇਮ ਆ, ਬੇਸ਼ੱਕ ਸੁਖਬੀਰ ਹੈ ਨਾ, ਇੱਕ ਨੂੰ ਪਸੰਦ ਕਰਦੀਆਂ ਨੇ, ਪਰੰਤੂ ਵਿਹਾਰ ਆ ਜਿਹੜਾ ਉਹਨਾਂ ਦਾ ਉਹ ਕਿਸ ਤਰ੍ਹਾਂ ਦਾ ਅਲੱਗ-ਅਲੱਗ ਹੈ, ਇਹਦੇ ਬਾਰੇ ਵੀ ਜ਼ਰੂਰ ਗੱਲ ਜੀ। ਸੇਖਾਂ ਨੇ ਇਸ ਨਾਵਲ ਦੇ ਵਿੱਚ, ਭਗੌੜਾ ਦੇ ਵਿੱਚ, ਸੁਰੇਖਾ ਤੇ ਡਰੈਸਲਰ, ਇੱਕ ਪੰਜਾਬੀ ਮੂਲ ਦੀ ਕੁੜੀ ਤੇ ਦੂਸਰੀ ਜਰਮਨ ਮੂਲ ਦੀ ਕੁੜੀ ਦਾ ਜਿਹੜੀ ਤੁਲਨਾ ਨੂੰ ਬਰਤਾਂਤ ਦੇ ਵਿੱਚ ਸਿਰਜਿਆ, ਉਹ ਬਿਲਕੁਲ ਵੱਖਰੀ ਕਿਸਮ ਦੀ ਹੈ। ਉਹ ਇਸ ਤਰ੍ਹਾਂ ਕਿ ਜਿਹੜੀ ਸੁਰੇਖਾ ਗੀ, ਉਹ ਜਦੋਂ ਉਹਦਾ ਪ੍ਰੇਮ ਹੁੰਦਾ ਸੁਖਵੀਰ ਨਾਲ, ਤਾਂ ਉਹ ਇਸ ਗੱਲ ਬਾਰੇ ਖੁੱਲ ਕੇ ਆਪਣੇ ਘਰਦਿਆਂ ਨਾਲ ਵੀ ਨਹੀਂ ਕਹਿ ਸਕਦੀ, ਨਾ ਆਪਣੇ ਬਾਪ ਨੂੰ ਇਸ ਗੱਲ ਤੋਂ ਰੋਕਦੀ ਆ ਕਿ ਉਹ ਉਸਨੂੰ ਪ੍ਰੇਮ ਕਰਦੀ ਆ, ਉਹ ਉਹਦੇ ਮੁੰਡੇ ਦੇ ਹੱਕ ਵਿੱਚ ਹੈ, ਠੀਕ ਹੈ। ਤਾਂ ਉਹ ਕਿਸੇ ਵੀ ਚੀਜ਼ ਦਾ ਨਾ ਮਤਲਬ ਵਿਰੋਧ ਨਹੀਂ ਕਰਦੀ, ਪਰ ਇੱਕ ਪਾਸੇ ਤਾਂ ਉਹ ਸੁਖਵੀਰ ਨੂੰ ਪ੍ਰੇਮ ਕਰਦੀ ਆ, ਦੂਜੇ ਪਾਸੇ ਆਪਣੇ ਘਰਦਿਆਂ ਦੇ ਖਿਲਾਫ ਬੋਲਣ ਦੀ ਹਿੰਮਤ ਵੀ ਨਹੀਂ ਰੱਖਦੀ। ਇੱਕ ਦੱਬੀ ਹੋਈ ਕੁੜੀ ਕਰੈਕਟਰ ਵਜੋਂ, ਜਿਹਨੂੰ ਕਹਿੰਦੇ ਨਾ ਵੀ ਭਾਰਤੀ ਸਮਾਜ ਦੇ ਵਿੱਚ ਔਰਤ ਨੂੰ ਇਸ ਤਰ੍ਹਾਂ ਦਬਾ ਕੇ ਰੱਖਿਆ ਜਾਂਦਾ, ਉਹ ਮਤਲਬ ਉਸ ਤਰੀਕੇ ਦਾ ਵਿਚੇਤਨਾ ਦੇ ਵਿੱਚ ਬਸੀ ਹੋਈ ਸੀਗੀ, ਜਿਸ ਕਰਕੇ ਉਹਦਾ ਵਿਰੋਧ ਨਹੀਂ ਕਰ ਪਾਉਂਦੀ। ਪਰੰਤੂ ਦੂਸਰੇ ਪਾਸੇ ਡਰੈਸਲਰ ਨੂੰ ਜਦੋਂ ਲੇਖਕ ਪੇਸ਼ ਕਰਦਾ, ਤਾਂ ਇੱਕ ਪੱਛਮੀ ਸੋਚ ਵਾਲੀ, ਇੱਕ ਚੇਤਨ ਸੋਚ ਵਾਲੀ ਔਰਤ ਵਜੋਂ ਪੇਸ਼ ਕਰਦਾ, ਕਿਉਂਕਿ ਜਦੋਂ ਡਰੈਸਲਰ ਦਾ ਬਾਪ ਸੁਖਵੀਰ ਦਾ ਵਿਰੋਧ ਕਰਦਾ, ਤਾਂ ਡਰੈਸਲਰ ਇੱਕ ਮਜ਼ਬੂਤ ਧਿਰ ਬਣ ਕੇ ਉਹਦੇ ਸਾਹਮਣੇ ਖੜਦੀ ਆ, ਤੇ ਉਹ ਇਸ ਦਾ ਵਿਰੋਧ ਕਰਦੀ ਆਪਣੇ ਬਾਪ ਦਾ। ਉਹ ਨਸਲ ਤੇ ਰੰਗ ਦੋਨਾਂ ਦਾ ਵਿਰੋਧ ਕਰਦੀ ਹੋਈ ਮਨੁੱਖਤਾ ਨੂੰ ਉੱਪਰ ਉਭਾਰਦੀ ਆ। ਹੁਣ ਇੱਥੇ ਸਮਝਣ ਵਾਲੀ ਗੱਲ ਇਹ ਆ ਕਿ ਇੱਕ ਪੱਛਮ ਨੂੰ ਰਿਪਰੈਜ਼ੈਂਟ ਕਰਨ ਵਾਲੀ ਔਰਤ ਡਰੈਸਲਰ, ਜਿਹੜੀ ਕਿ ਆਪਣੇ ਹੱਕਾਂ ਪ੍ਰਤੀ ਸੁਚੇਤ ਆ, ਉਹ ਇੱਕ ਗੈਰ ਮਰਦ ਦਾ, ਸੁਖਵੀਰ ਦਾ ਮਨੁੱਖ ਹੋਣ ਦੇ ਨਾਂ ਤੇ ਉਹਦੀ ਧਿਰ, ਮਜ਼ਬੂਤ ਧਿਰ ਬਣ ਕੇ ਉਹਦੇ ਹੱਕ 'ਚ ਭੁਗਤਦੀ ਹੈ। ਦੂਸਰੇ ਪਾਸੇ ਸੁਖਵੀਰ ਜਿਹਨੂੰ ਪ੍ਰੇਮ ਕਰਦਾ, ਉਹ ਧਿਰ ਦੱਬੀ ਕੁਚਲੀ ਔਰਤ ਵਾਂਗੂ ਚੁੱਪ ਰਹਿੰਦੀ ਆ। ਇਹ ਜਿਹੜਾ ਵੱਡਾ ਡਿਫਰੈਂਸਸ ਆ ਦੋਨਾਂ ਧਿਰਾਂ ਦੇ ਵਿੱਚ, ਇਹਨੂੰ ਬਹੁਤ ਖੂਬੀ ਮਤਲਬ ਨਾਵਲਕਾਰ ਨੇ ਪੇਸ਼ ਕੀਤਾ ਹੋਇਆ ਕਿ ਭਾਰਤੀ ਸਮਾਜ ਦੀਆਂ ਜਿਹੜੀਆਂ ਔਰਤਾਂ ਸੀਗੀਆਂ, ਉਹ ਕਿਸ ਤਰ੍ਹਾਂ ਆਪਣੇ ਹੱਕ ਨੂੰ ਜਾਂ ਆਪਣੀ ਇਸ ਗੱਲ ਨੂੰ ਨਹੀਂ ਕਹਿ ਪਾਉਂਦੀਆਂ, ਲੇਕਿਨ ਜਿਹੜੀ ਉਹ ਪੱਛਮ ਦੀ ਔਰਤ ਆ, ਉਹ ਸੁਚੇਤ ਰੂਪ ਵਿੱਚ ਖੁੱਲ ਕੇ ਆਪਣੀ ਗੱਲ ਨੂੰ ਕਹਿ ਪੈਂਦੀ ਹੈ। ਤੇ ਮੈਨੂੰ ਲੱਗਦਾ ਇਹਦੇ ਵਿੱਚ ਸੁਖਬੀਰ ਜ਼ਿਆਦਾ ਦੋਸ਼ੀ ਸਾਹਮਣੇ ਆਉਂਦਾ, ਕਿਉਂਕਿ ਉਹ ਡਰੈਸਲਰ ਨੂੰ ਬਣਦਾ ਮਾਣ ਸਤਿਕਾਰ ਨਹੀਂ ਦੇ ਪਾਉਂਦਾਗਾ। ਜਿਸ ਹਿੰਮਤ ਤੇ ਦ੍ਰਿੜਤਾ ਨਾਲ ਡਰੈਸਲਰ ਉਹਦੇ ਹੱਕ 'ਚ ਖੜਦੀ ਆ, ਉਹ ਲੋਕਾਂ ਤੋਂ ਜਾਂ ਆਪਣੇ ਭਾਈਚਾਰੇ ਤੋਂ ਉਸ ਬਾਰੇ ਇਹੋ ਜਿਹੀਆਂ ਟਿੱਪਣੀਆਂ ਸੁਣ ਕੇ ਨਾ ਉਹਦੇ ਤੋਂ ਇੱਕ ਦੂਰੀ ਬਣਾ ਕੇ ਰੱਖਦਾ, ਭਿੱਜਦਾ ਨਹੀਂ ਉਹਦੇ ਨਾਲ। ਇਹ ਇਸ ਤਰ੍ਹਾਂ ਵੀ ਇਹ ਨਜ਼ਰ ਆਉਂਦਾ ਜੀ। ਬਿਲਕੁਲ। ਇੱਕ ਹੋਰ ਕੁਐਸਚਨ ਹੈ ਕਿ ਜਿਵੇਂ ਇੰਨੀਆਂ ਸਾਰੀਆਂ ਔਰਤਾਂ ਦੇ ਨਾਲ ਉਹਦਾ ਵਾਹ ਪੈਂਦਾ ਹੈ, ਸੰਪਰਕ 'ਚ ਆਉਂਦਾ ਹੈ, ਆਮ ਤੌਰ ਤੇ ਇਹੀ ਕਿਹਾ ਜਾਂਦਾ ਕਿ ਜਿਹੜਾ ਮਰਦ ਹੈ ਉਹੀ ਸਰੀਰਕ ਸ਼ੋਸ਼ਣ ਕਰਦਾ ਔਰਤ ਦਾ। ਹੁਣ ਉੱਥੇ ਜਿਹੜਾ ਸਾਡਾ ਪਾਤਰ ਹੈ, ਨਾਇਕ ਹੈ, ਉਹ ਲੋੜਵੰਦ, ਉਹ ਉਹਨਾਂ ਦੇ ਸੰਪਰਕ ਦੇ ਵਿੱਚ ਹੁੰਦਾ। ਕੀ ਇਹੋ ਜੀ ਪ੍ਰਵਿਰਤੀ ਵੀ ਇਹਦੇ ਵਿੱਚ ਸਾਹਮਣੇ ਆਉਂਦੀ ਹੈ ਕਿ ਔਰਤਾਂ ਨੇ ਵੀ ਉਹਦਾ ਸ਼ੋਸ਼ਣ ਕੀਤਾ ਹੋਵੇ? ਜੀ ਬਿਲਕੁਲ, ਬਹੁਤ ਹੀ ਖੂਬਸੂਰਤ ਤੇ ਸੁਚੇਤ ਸਵਾਲ ਹੈ ਇਹ। ਬਿਲਕੁਲ ਸੇਖਾਂ ਨੇ ਮਤਲਬ ਇਸ ਦੇ ਵਿੱਚ ਇੱਕ ਚੈਕੋ ਸਲੋਵਾਕੀਆ ਤੋਂ ਇੱਕ ਕਰੈਕਟਰ ਦਾ ਜਿਹੜੀ ਰਚਨਾ ਕੀਤੀ, ਉਹ ਹੈ ਮੈਡਮ ਮਾਰਾ। ਮੈਡਮ ਮਾਰਾ ਨੂੰ ਇਸ ਐਂਗਲ ਤੋਂ ਉਹਨਾਂ ਨੇ ਪੇਸ਼ ਕੀਤਾ ਕਿ ਜਦੋਂ ਸੁਖਵੀਰ ਉਹ ਘੋੜਿਆਂ ਦੇ ਤਵੇਲੇ ਦੀ ਮਾਲਕ ਹੁੰਦੀ ਆ, ਤਾਂ ਜਦੋਂ ਉੱਥੇ ਗੈਰ ਕਾਨੂੰਨੀ ਪ੍ਰਵਾਸ ਕਰਕੇ ਗਏ ਹੋਏ ਮੁੰਡਿਆਂ ਦੇ ਟਰੱਕ ਲੈਂਦੇ ਨੇ, ਉਹ ਉੱਥੇ ਮਤਲਬ ਜਿਹੜੇ ਮੁੰਡੇ ਉੱਥੇ ਠਹਿਰਦੇ ਨੇ ਉਹਨਾਂ ਦਾ ਉਹ ਕਿਰਾਇਆ ਲੈਂਦੀ ਆ, ਤਾਂ ਜਦੋਂ ਸੁਖਵੀਰ ਤੇ ਉਹਦਾ ਧਿਆਨ ਪੈਂਦਾ ਹੈ, ਤਾਂ ਉਹਦੀਆਂ ਜਿਹੜੀਆਂ ਇੱਕ ਹਿਊਮਨ ਹੋਣ ਦੇ ਨਾਤੇ ਜਿਹੜੇ ਉਹਦੇ ਇਮੋਸ਼ਨਸ ਨੇ, ਉਹ ਕਿਤੇ ਜਾਗ ਪੈਂਦੇ ਨੇ। ਤਾਂ ਮੈਡਮ ਮਾਰਾ ਸੁਖਵੀਰ ਦੇ ਨਾਲ ਧੱਕੇ ਨਾਲ ਉਹਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਦੀ ਆ, ਉਹਨੂੰ ਬੁਲਾਉਂਦੀ ਆ, ਫਿਰ ਉਹਦੇ ਨਾਲ ਧੱਕੇ ਨਾਲ ਜ਼ਬਰਦਸਤੀ ਉਹਦੇ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦੀ ਆ। ਸੁਖਵੀਰ ਭਾਵੇਂ ਕਿ ਇਸ ਚੀਜ਼ ਨੂੰ ਬਹੁਤ ਮਨਾ ਕਰਦਾ, ਉਹਦਾ ਵਿਰੋਧ ਵੀ ਕਰਦਾ, ਪਰੰਤੂ ਮੈਡਮ ਮਾਰਾ ਨੂੰ ਮਜਬੂਰ ਕਰਕੇ, ਕਦੇ ਉਹਨੂੰ ਕਿਸੇ ਚੀਜ਼ ਦਾ ਲਾਲਚ ਦੇ ਕੇ ਉਹਦੇ ਨਾਲ ਇਸ ਤਰੀਕੇ ਦੇ ਸਰੀਰਕ ਸੰਬੰਧ ਬਣਾਉਂਦੀ ਹੈ। ਹੁਣ ਇੱਥੇ ਮੈਡਮ ਮਾਰਾ ਦਾ ਜਿਹੜਾ ਕਰੈਕਟਰ ਪੇਸ਼ ਕੀਤਾ, ਉਹ ਇੱਕ ਗਲਤ ਔਰਤ ਵਜੋਂ ਨਹੀਂ ਪੇਸ਼ ਕੀਤਾਗਾ। ਇੱਥੇ ਮੈਂ ਜ਼ਰੂਰ ਕਲੀਅਰ ਕਰਨਾ ਚਾਹੂੰਗੀ, ਉਹ ਇੱਕ ਔਰਤ ਦੀ ਉਸ ਲੋੜ ਨੂੰ ਪੇਸ਼ ਕੀਤਾ ਗਿਆ, ਕਿਉਂਕਿ ਉਹ ਇਕੱਲੀ ਰਹਿੰਦੀ ਆ, ਉਹਦੀ ਇੱਕ ਜ਼ਰੂਰਤ ਆ। ਜਦੋਂ ਕਿਸੇ ਨੌਜਵਾਨ ਮੁੰਡੇ ਨੂੰ ਦੇਖਦੀ ਆ ਤਾਂ ਉਹਦੇ ਇਮੋਸ਼ਨਸ ਨੇ, ਉਹ ਭਾਵਨਾਵਾਂ ਜਾਗ ਪੈਂਦੀਆਂ ਨੇ। ਪਰੰਤੂ ਜਦੋਂ ਤੁਸੀਂ ਦੂਸਰੇ ਪਾਸੇ ਸੁਖਵੀਰ ਨੂੰ ਦੇਖਦੇ ਆ, ਉਹ ਉਹਦੇ ਵਿਰੋਧ 'ਚ ਹੁੰਦਾ, ਉਹ ਨਹੀਂ ਕਰਨਾ ਚਾਹੁੰਦਾ ਹੁੰਦਾ ਉਸ ਤਰੀਕੇ ਦੇ ਸੰਬੰਧਾਂ ਨੂੰ ਕਾਇਮ।
ਉਹਦਾ ਉੱਥੇ ਸਰੀਰਕ ਤੇ ਮਾਨਸਿਕ ਦੋਨਾਂ ਤਰੀਕੇ ਨਾਲ ਸ਼ੋਸ਼ਣ ਹੁੰਦਾ ਹੈ। ਇਸ ਗੱਲ ਨੂੰ ਮਤਲਬ ਸਮਝਣ ਦੀ ਲੋੜ ਆ ਕਿ ਸੁਖਵੀਰ ਦੇ ਪੱਖ ਤੋਂ ਸ਼ੋਸ਼ਣ ਹੋ ਰਿਹਾ। ਸੁਖਵੀਰ ਦੇ ਪੱਖ ਤੋਂ, ਕਿਉਂਕਿ ਉਹ ਵਿਰੋਧ ਕਰ ਰਿਹਾ, ਉੱਥੇ ਉਹਦਾ ਮਤਲਬ ਸ਼ੋਸ਼ਣ ਹੋ ਰਿਹਾ। ਲੇਕਿਨ ਮੈਡਮ ਮਾਰਾ ਦੀ ਉਹ ਜ਼ਰੂਰਤ ਹੁੰਦੀ ਹੈਗੀ, ਉੱਥੇ ਉਹਦੀ ਉਹ ਪੂਰਤੀ ਹੋ ਰਹੀ ਹੈ। ਹੁਣ ਇਸ ਧਿਰ ਨੂੰ ਸਮਝਣਾ ਜਿਹੜਾ ਉਹ ਇਸ ਨਾਵਲ ਦੇ ਵਿੱਚ ਵੀ ਜ਼ਰੂਰੀ ਹੈ। ਸੋ ਇਹ ਜਿਹੜਾ ਹੈਗਾ ਜਰਨੈਲ ਸਿੰਘ ਸਿੱਖਾ ਦਾ ਦੂਜਾ ਨਾਵਲ ਹੈ ਜੀ। ਪਹਿਲੇ ਨਾਵਲ ਦੇ ਵਿੱਚ ਉਹਨਾਂ ਨੇ ਬੜਾ ਵਧੀਆ ਵਰਤਾਂਤ ਪੇਸ਼ ਕੀਤਾ ਸੀਗਾ। ਜੀ। ਕਲਾ ਦੇ ਪੱਖ ਤੋਂ ਜੇ ਆਪਾਂ ਗੱਲ ਕਰੀਏ ਤਾਂ ਜਰਨੈਲ ਸਿੰਘ ਸਿੱਖਾ ਹੋਰ ਅੱਗੇ ਕਦਮ ਪੜਦੇ। ਜੀ ਬਿਲਕੁਲ, ਇਸ ਨਾਵਲ ਦੇ ਵਿੱਚ ਜਿਹੜੀ ਉਹਨਾਂ ਦੀ ਰਚਨਾ ਦੇ ਵਿੱਚ ਨਿਖਾਰ ਆਇਆ ਉਹ ਪਾਠਕਾਂ ਨੂੰ ਬਹੁਤ ਹੀ ਸਪਸ਼ਟ ਰੂਪ ਵਿੱਚ ਨਜ਼ਰ ਆਉਂਦਾ ਹੈ। ਪਹਿਲੀ ਤਾਂ ਇਸ ਨਾਵਲ ਨੂੰ ਉਹਨਾਂ ਨੇ, ਪਹਿਲਾ ਨਾਵਲ ਸੀ ਜਿਹੜਾ ਉਹ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ, ਇਸ ਨਾਵਲ ਨੂੰ ਉਹਨਾਂ ਨੇ ਲੜੀਵਾਰ ਨਾਵਲ ਦੇ ਤਰੀਕੇ ਨਾਲ ਪੇਸ਼ ਕੀਤਾ ਹੈ। ਦੂਸਰਾ ਜਿਹੜਾ ਉਹਨਾਂ ਦੀ ਸ਼ੈਲੀ ਸੀ ਉਹ ਬਹੁਤ ਹੀ ਸੁਚੱਜੀ ਤੇ ਸਵਾਰੀ ਹੋਈ ਜਿਹਨੂੰ ਕਹਾਂਗੇ ਉਹ ਹੁਣ ਸਾਹਮਣੇ ਆਉਂਦੀ ਆ। ਤੀਸਰਾ ਜਿਹੜੇ ਕਲਾ ਦੇ ਪੱਖ ਤੋਂ ਅਸੀਂ ਦੇਖੀਏ ਕਿ ਮਨੋਵਿਸ਼ਲੇਸ਼ਣੀ ਤੇ ਮਨੋਵਿਗਿਆਨਿਕ ਦੋ ਵਿਧੀਆਂ ਨੂੰ ਉਹਨਾਂ ਨੇ ਜ਼ਿਆਦਾ, ਕਿਉਂਕਿ ਪਾਤਰਾਂ ਦੀ ਮਾਨਸਿਕ ਸਥਿਤੀ ਨੂੰ ਪੇਸ਼ ਕਰਨ ਲਈ ਉਹਨਾਂ ਨੇ ਮਨੋਵਿਸ਼ਲੇਸ਼ਣ, ਉਹਨਾਂ ਦਾ ਅਧਿਐਨ ਉਹਨਾਂ ਨੇ ਇਸ ਐਂਗਲ ਤੋਂ ਉਹਨਾਂ ਨੇ ਕੀਤਾ। ਇਸ ਦੇ ਨਾਲ ਨਾਲ ਉਹਨਾਂ ਨੇ ਬੂਮਰਿੰਗ ਜੁਗਤ ਨੂੰ ਵਧੇਰੇ ਵਰਤਿਆਗਾ। ਤਾਂ ਇਹ ਜਿਹੜੇ ਕਲਾ ਦੇ ਨਿੱਕੇ ਨਿੱਕੇ ਜੁਗਤਾਂ ਸੀਗੀਆਂ ਉਹ ਇਸ ਨਾਵਲ ਦੇ ਵਿੱਚ ਪਹਿਲੇ ਨਾਵਲ ਦੇ ਕੰਪੇਅਰ ਜ਼ਿਆਦਾ ਸਪਸ਼ਟ ਹੁੰਦੀਆਂ ਨੇ, ਤੇ ਨਾਵਲ ਕਲਾ ਦੇ ਪੱਖ ਤੋਂ ਦੇਖੀਏ ਤਾਂ ਇਸ ਦੇ ਵਿੱਚ ਬਹੁਤ ਹੀ ਨਿਖਾਰ ਆਇਆ। ਸੋ ਦੋਸਤੋ, ਇਹ ਸੀ ਜਰਨੈਲ ਸਿੰਘ ਸਿੱਖਾ ਦਾ ਨਾਵਲ ਭਗੌੜਾ, ਜਿਸ ਤੇ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਮੇਰੇ ਕੋਲ ਆਏ ਹੋਏ ਬਹੁਤ ਹੀ ਸਤਿਕਾਰਤ ਡਾਕਟਰ ਸੁਖਪ੍ਰੀਤ ਕੌਰ ਜੀ ਤੇ ਡਾਕਟਰ ਹਰਿੰਦਰ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੇ ਦੋਸਤੋ, ਇਸ ਐਪੀਸੋਡ ਵਿੱਚ ਇੰਨਾ ਹੀ। ਮਿਲਦੇ ਹਾਂ ਫਿਰ ਕਿਸੇ ਹੋਰ ਕਿਤਾਬ ਦੇ ਨਾਲ ਕਿਸੇ ਹੋਰ ਸਮੇਂ। ਤਦ ਤੱਕ ਲਈ ਖੁਦਾ ਹਾਫਿਜ਼। Namaskar. Subscribe now and press the bell icon. Never miss an update.